ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਿੱਤਰ ਨਾਟਕ ਦੇ ਚਰਿੱਤਰੋਪਖਿਆਨ ਦੇ ਉੱਤੇ ਜੋ ਅਸੀਂ ਵਿਚਾਰ ਚਰਚਾ ਸ਼ੁਰੂ ਕੀਤੀ ਹੋਈ ਹੈ, ਉਸ ਦੇ ਸੰਬੰਧ ਵਿੱਚ ਅੱਜ ਅੱਗੇ ਚੱਲਣਾ ਹੈ। ਆਪਣੀ ਮੁੱਖ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰ ਲਵਾਂ। ਅੱਜ ਕੱਲ੍ਹ ਕੀ ਰੁਝਾਨ ਚੱਲ ਰਿਹਾ ਹੈ ਕਿ ਜਿਹੜੇ ਪੰਥ ਦੇ ਵਿੱਚ ਬਹੁਤ ਵੱਡੇ ਵੱਡੇ ਸਥਾਪਿਤ ਵਿਦਵਾਨ ਕਹੇ ਜਾਂਦੇ ਹਨ, ਉਹ ਕੁਝ ਇਹੋ ਜਿਹੀਆਂ ਕਹਾਣੀਆਂ ਬਣਾ ਕੇ ਸੰਗਤਾਂ ਵਿੱਚ ਪੇਸ਼ ਕਰਦੇ ਹਨ, ਜਿਸ ਤੋਂ ਉਹ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਜਿਹੜੇ ਨਸ਼ੇ ਨੇ ਉਹ ਸਾਡੇ ਧਰਮ ਦਾ ਅਟੁੱਟ ਅੰਗ ਹਨ। ਤਰੀਕਾ ਕੋਈ ਵੀ ਵਰਤਦੇ ਨੇ ਕਿ ਫਲਾਨੀ ਚੀਜ਼ ਖਾਣ ਨਾਲ ਫਲਾਨੀ ਬਿਮਾਰੀ ਠੀਕ ਹੁੰਦੀ ਹੈ, ਉਹਦੇ ਨਾਲ ਜ਼ਖਮ ਠੀਕ ਹੁੰਦੇ ਨੇ। ਮਤਲਬ ਕੁਛ ਨਾ ਕੁਛ ਤਰੀਕਾ ਬਣਾ ਕੇ ਉਹ ਕੋਸ਼ਿਸ਼ ਕਰਦੇ ਨੇ, ਖਾਸ ਕਰਕੇ ਭੰਗ ਨੂੰ ਸਿੱਖ ਧਰਮ ਵਿੱਚ ਸਥਾਪਿਤ ਕਰਨ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ। ਕੁਝ ਦਿਨ ਪਹਿਲਾਂ ਹੀ ਮੈਂ ਇੱਕ ਵੀਡੀਓ ਸੁਣੀ। ਉਹ ਹੈ ਅੱਜ ਦੇ ਜਿਹੜੇ ਬਹੁਤ ਵੱਡੇ ਸਾਡੇ ਵਿਦਵਾਨ ਕਹੇ ਜਾਂਦੇ ਨੇ, ਇਤਿਹਾਸ ਦੇ ਬਾਰੇ ਕਾਫੀ ਵੀਡੀਓਜ਼ ਬਣਾਉਂਦੇ ਨੇ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ। ਉਹਨਾਂ ਦੀ ਇੱਕ ਵੀਡੀਓ ਮੈਂ ਸੁਣੀ। ਉਹਦੇ ਵਿੱਚ ਉਹ ਕੀ ਕਹਿਣਾ ਚਾਹ ਰਹੇ ਨੇ, ਉਹ ਅਸਲ ਵਿੱਚ ਭੰਗ ਨੂੰ ਜਸਟੀਫਾਈ ਕਰਨ ਲਈ, ਇਸ ਨੂੰ ਠੀਕ ਸਿੱਧ ਕਰਨ ਲਈ ਉਹ ਕਹਾਣੀ ਲੈਂਦੇ ਨੇ ਸਿੱਖ ਇਤਿਹਾਸ ਵਿੱਚੋਂ ਜਰਨੈਲ ਹਰੀ ਸਿੰਘ ਭੰਗੀ ਦੀ, ਕਿ ਉਹਨਾਂ ਨੇ ਬਹੁਤ ਵੱਡੇ ਵੱਡੇ ਮਰਤਬੇ ਪ੍ਰਾਪਤ ਕੀਤੇ, ਬਹੁਤ ਵੱਡੀਆਂ ਵੱਡੀਆਂ ਜੰਗਾਂ ਲੜੀਆਂ, ਅਤੇ ਉਹਨਾਂ ਦੇ ਨਾਂ ਨਾਲ ਭੰਗੀ ਸ਼ਬਦ ਕਿਉਂ ਜੁੜਿਆ। ਉਹਨਾਂ ਨੇ ਨਾ ਸਾਰੀਆਂ ਗੱਲਾਂ ਅੱਧੀਆਂ ਅੱਧੀਆਂ ਜਿਹੀਆਂ ਕਰਕੇ ਮਤਲਬ ਝੁਕਾ ਉੱਧਰ ਨੂੰ ਵੀ ਭੰਗ ਜਿਹੜੀ ਹੈ ਉਹ ਚੰਗੀ ਚੀਜ਼ ਹੈ। ਔਰ ਇੱਥੋਂ ਤੱਕ ਹੀ ਉਹਨਾਂ ਵੱਸ ਨਹੀਂ ਕੀਤੀ, ਉਹਨਾਂ ਨੇ ਅੱਗੇ ਇਸ ਨੂੰ ਬਾਬਰ ਨਾਲ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਭਾਵ ਸਾਡੀ ਜੜ੍ਹ ਵਿੱਚ ਭੰਗ ਨੂੰ ਬਿਠਾ ਦੇਣਾ, ਕਿਉਂਕਿ ਅੱਜ ਸ਼ੁਰੂ ਕੀਤੀ ਹੈ। ਜਿੱਦਾਂ ਸ਼ਹਿਆ ਗੁਜ਼ਰਿਆ ਨਾ, ਸ਼ਹਿ ਦੇ ਪਿੱਛੇ ਸੁੰਘਣ ਵਾਲੇ ਕੁੱਤੇ ਆਉਣਗੇ, ਫਿਰ ਫੜਨ ਵਾਲੇ ਕੁੱਤੇ ਆਉਣਗੇ, ਫਿਰ ਚਕਾਰੀ ਆਉਣਗੇ, ਫਿਰ ਉਦੋਂ ਬਾਅਦ ਦੇ ਵਿੱਚ ਪਿੰਡ ਦੀ ਮੰਡੀਰ ਆਊਗੀ, ਉਹ ਪੈਸਾ ਬਣ ਜਾਣਾ। ਅਤੇ ਮੈਂ ਉਹ ਵੀਡੀਓ ਸੁਣ ਕੇ ਮੈਂ ਸੋਚਿਆ ਵੀ ਥੋੜ੍ਹੀ ਸੰਗਤਾਂ ਨਾਲ ਵਿਚਾਰ ਕਰ ਲਈਏ। ਹਰੀ ਸਿੰਘ ਭੰਗੀ ਦੀ ਗੱਲ ਕੀਤੀ, ਹੋ ਸਕਦਾ ਉਹ ਭੰਗ ਪੀਂਦੇ ਹੋਣਗੇ। ਇਹ ਵੀ ਗੱਲ ਹੈ ਕਿ ਬਹੁਤ ਬਹਾਦਰ ਸਨ, ਕੋਈ ਨਸ਼ਾ ਕਰਨ ਵਾਲਾ, ਕੋਈ ਜੰਗ ਦੇ ਮੈਦਾਨ ਵਿੱਚ ਅੱਛੇ ਜੌਹਰ ਵੀ ਦਿਖਾ ਦਿੱਤੇ, ਬਹਾਦਰ ਸੀ, ਮੰਨ ਲਓ। ਪਰ ਕੀ ਉਹ ਜ਼ਰੂਰੀ ਹੈ ਸਿੱਖ ਧਰਮ ਵਿੱਚ ਭੰਗ ਨੂੰ ਵੜਨਾ? ਔਰ ਉੱਥੋਂ ਤੱਕ ਪਹੁੰਚ ਗਏ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ, ਕਿਉਂਕਿ ਕਵੀ ਸੰਤੋਖ ਸਿੰਘ, ਉਹ ਵੀ ਸਾਡੇ ਇਹੋ ਜਿਹੇ ਵਿਦਵਾਨਾਂ ਵਰਗੇ ਹੀ, ਉਸਨੇ ਵੀ ਮਤਲਬ ਬੜੇ ਸ਼ਰਾਰਤਮਈ ਤਰੀਕੇ ਦੇ ਨਾਲ, ਜਿਵੇਂ ਕਵੀ ਸੰਤੋਖ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਭੰਗ ਅਰਪਣ ਕਰਦੇ ਹੋਏ ਬਾਬਰ ਨੂੰ ਦਿਖਾਇਆ। ਮਤਲਬ ਸਾਡੀ ਜੜ੍ਹ ਵਿੱਚ ਭੰਗ ਬਿਠਾ ਦਿੱਤੀ। ਅੱਗੋਂ ਸ਼ੈਤਾਨੀ ਇੰਨੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਕੀ ਰਿਐਕਸ਼ਨ ਸੀ ਉਹਦੇ ਬਾਰੇ ਕੁਛ ਨਹੀਂ ਲਿਖਿਆ। ਮਤਲਬ ਭੰਗ ਭੇਟਾ ਕੀਤੀ ਗਈ ਔਰ ਗੁਰੂ ਨਾਨਕ ਪਾਤਸ਼ਾਹ ਚੁੱਪ ਰਹੇ, ਮਤਲਬ ਉਹਨਾਂ ਨੇ ਐਕਸੈਪਟ ਕਰ ਲਈ। ਹੁਣ ਅਸੀਂ ਇਹ ਸਾਰੇ ਜਾਣਦੇ ਹਾਂ ਵੀ ਅਸੀਂ ਕਿਤੇ ਵੀ ਗੁਰਦੁਆਰਾ ਸਾਹਿਬ ਵਿੱਚ ਕੋਈ ਚੀਜ਼ ਭੇਟਾ ਕਰਨੀ ਹੋਵੇ, ਅਸੀਂ ਪਹਿਲਾਂ ਇਹ ਦੇਖਦੇ ਹਾਂ ਕਿ ਇਹ ਉੱਥੇ ਵਿਵਰਜਿਤ ਤਾਂ ਨਹੀਂ, ਜਾਂ ਅਸੀਂ ਗੁਰਦੁਆਰੇ ਤੋਂ ਇਲਾਵਾ ਕਿਸੇ ਹੋਰ ਧਾਰਮਿਕ ਸਥਾਨ 'ਤੇ ਦੇਣੀ ਕੋਈ ਚੀਜ਼ ਹੋਵੇ, ਅਤੇ ਅਸੀਂ ਇਹ ਸਲਾਹ ਮਸ਼ਵਰਾ ਜ਼ਰੂਰ ਕਰਦੇ ਹਾਂ ਕਿ ਇਹ ਚੀਜ਼ ਇੱਥੇ ਦਿੱਤੀ ਜਾ ਸਕਦੀ ਹੈ। ਮਤਲਬ ਇਹਦੀ ਮਨਾਹੀ ਤਾਂ ਨਹੀਂ, ਕਿਉਂਕਿ ਸਮਝਦਾਰ ਬੰਦਾ ਹੈ। ਔਰ ਉਹ ਬਾਬਰ ਹੈ ਜਿਸ ਨੇ ਹਮਲਾ ਕੀਤਾ ਸਨ 1526 ਵਿੱਚ, ਜਦੋਂ ਸੈਦਪੁਰ ਦੀ ਘਟਨਾ ਹੈ ਇਹ, ਅਤੇ ਉਹ ਹਿੰਦੁਸਤਾਨ ਨੂੰ ਜਿੱਤਿਆ, ਬਾਅਦ 'ਚ ਹਿੰਦੁਸਤਾਨ 'ਤੇ ਰਾਜ ਕੀਤਾ ਉਸਨੇ। ਕੋਈ ਛੋਟਾ ਮੋਟਾ ਤਾਂ ਹੈ ਨਹੀਂ ਬੰਦਾ ਜਿਹਨੂੰ ਇੰਨੀ ਵੀ ਸਮਝ ਸੂਝ ਨਾ ਹੋਏਗੀ ਕਿ ਜਿਸ ਮਹਾਂਪੁਰਸ਼ ਅੱਗੇ ਮੈਂ ਭੇਟਾ ਕਰਨ ਲੱਗਾ ਕਿ ਇਹ ਭੇਟਾ ਇੱਥੇ ਵਿਵਰਜਿਤ ਤਾਂ ਨਹੀਂ, ਕਿ ਇਹ ਇਹਨਾਂ ਦੇ ਵਰਤਣਯੋਗ ਹੈ ਜਾਂ ਨਹੀਂ ਹੈ। ਇਹਦਾ ਮਤਲਬ
ਜੋ ਮਰਜ਼ੀ ਲਿਖ ਦਿਓ, ਜੋ ਮਰਜ਼ੀ ਕਰ ਦਿਓ, ਕਮਾਲ ਦੀਆਂ ਗੱਲਾਂ ਨਹੀਂ। ਆਓ ਤੁਹਾਨੂੰ ਉਹ ਕਵੀ ਸੰਤੋਖ ਸਿੰਘ ਦੀ ਲਿਖੀ ਹੋਈ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਜਦੋਂ ਉਹਨਾਂ ਨੇ ਸੈਦਪੁਰ ਤੇ ਕਬਜ਼ਾ ਕਰ ਲਿਆ, ਸਾਰੇ ਮੁਗਲਾਂ ਨੂੰ ਗੁਲਾਮ ਬਣਾ ਲਿਆ, ਕੈਦ ਕਰ ਲਿਆ, ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਕੈਦ ਕੀਤਾ, ਨਾਲ ਭਾਈ ਮਰਦਾਨਾ। ਇਹਦੇ ਵਿੱਚ ਤਾਂ ਬਾਲਾ ਵੀ ਲਿਖਿਆ ਹੋਇਆ, ਕਿਉਂਕਿ ਬਾਲੇ ਦਾ ਸਾਰਾ ਕਰਤੱਵ ਦਿਖਾਇਆ ਗਿਆ। ਤੇ ਉਦੋਂ ਜਦੋਂ ਵਾਰਤਾਲਾਪ ਹੋਈ ਗੁਰੂ ਨਾਨਕ ਪਾਤਸ਼ਾਹ ਦੀ ਬਾਬਰ ਦੇ ਨਾਲ, ਤਾਂ ਉਹ ਵਾਰਤਾਲਾਪ ਤੋਂ ਉਹ ਬੜਾ ਪ੍ਰਭਾਵਿਤ ਹੋਇਆ। ਬਾਬਰ ਨੇ ਗੁਰੂ ਜੀ ਦੇ ਮੁਖ ਤੋਂ ਇਹ ਵਚਨ ਸੁਣ ਕੇ ਹਿਰਦੇ ਵਿੱਚ ਬਹੁਤ ਸ਼ਰਧਾ ਧਾਰਨ ਕੀਤੀ। ਉਸ ਨੇ ਮਨ ਵਿੱਚ ਗੁਰੂ ਜੀ ਨੂੰ ਵੱਡਾ ਕਲਾਵਾਨ ਪਹਿਚਾਨਿਆ। ਨਮਸਕਾਰ ਕਰਕੇ ਉਸ ਸਮੇਂ ਬੋਲਿਆ, ਮੈਨੂੰ ਕੋਈ ਕਰਾਮਾਤ ਕਰਕੇ ਦਿਖਾਵੋ, ਕਿੰਨੀ ਸ਼ਕਤੀ ਹੈ ਸਭ ਦੱਸੋ। ਤੁਸੀਂ ਖੁਦਾ ਦੇ ਬਹੁਤ ਪਿਆਰੇ ਹੋ ਜਾਂ ਖੁਦਾ ਨੇ ਹੀ ਆਪ ਤਨ ਧਾਰਨ ਕੀਤਾ ਹੈ। ਇਹ ਸੁਣ ਕੇ ਗੁਰੂ ਜੀ ਕਿਰਪਾ ਸਹਿਤ ਬੋਲੇ, ਕਰਾਮਾਤ ਨੂੰ ਕਹਿਰ ਕਹਿੰਦੇ ਹਨ। ਆ ਸੁਣ ਲਓ, ਮਤਲਬ ਇਹ ਲਿਖਾਰੀ ਕਿੰਨੀਆਂ ਸੋਹਣੀਆਂ ਗੱਲਾਂ ਵੀ ਲਿਖਦੇ ਹੋ। ਕਰਾਮਾਤ ਕਹਿਰ ਕਹਿੰਦੇ, ਗੁਰਮਤ ਹੈ, ਪਰ ਇਹਦਾ ਗ੍ਰੰਥ ਪੂਰਾ ਕਵੀ ਸੰਤੋਖ ਸਿੰਘ ਦਾ ਪੜ੍ਹ ਕੇ ਦੇਖ ਲਓ, ਪੂਰਾ ਕਰਾਮਾਤਾਂ ਨਾਲ ਭਰਿਆ ਹੋਇਆ। ਮਤਲਬ ਜਿਹੜਾ ਨਾ ਸੰਗਤਾਂ ਨੂੰ ਭੰਬਲ ਭੂਸੇ ਵਿੱਚ ਪਾਉਣਾ, ਗੁਰਮਤ ਦੀ ਗੱਲ ਕਰ ਦੇਣੀ ਕੋਈ, ਔਰ ਫਿਰ ਸਾਰਾ ਮਨਮਤ ਵਰਤਾਉਣੀ ਆ। ਤੇ ਇਹ ਇਹਨਾਂ ਦਾ ਹੈ। ਇਹ ਬੜੀ ਸੋਹਣੀ ਗੱਲ ਲਿਖੀ ਹੈ ਕਿ ਵੀ ਕਰਾਮਾਤ ਨੂੰ ਕਹਿਰ ਕਹਿੰਦੇ ਹਨ। ਮੰਗ ਲੈ ਜੋ ਤੂੰ ਚਾਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਸ ਬਾਬਰ ਨੂੰ ਕਿਹਾ, ਮੰਗ ਲੈ ਜੋ ਤੂੰ ਚਾਹੁੰਦਾ ਹੈ, ਮਨ ਨੂੰ ਸਥਿਰ ਕਰੋ ਤਾਂ ਕਿ ਡੋਲੇ ਨਹੀਂ। ਅੱਗੇ ਸੁਣੋ, ਬਾਬਰ ਦੇ ਵੱਡੇ ਭਾਗ ਸਨ। ਗੁਰੂ ਦੇ ਬਚਨ ਸੁਣ ਕੇ ਮਨ ਵਿੱਚ ਗੁਰੂ ਚਰਨਾਂ ਲਈ ਪ੍ਰੇਮ ਜਾਗਿਆ। ਗੁਰੂ ਜੀ ਨੂੰ ਖੁਦਾ ਦੇ ਪ੍ਰੇਮ ਵਿੱਚ ਮਗਨ ਜਾਣਿਆ, ਇਸ ਲਈ ਭੰਗ ਦੀ ਭੇਟਾ ਅੱਗੇ ਰੱਖੀ। ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਬਾਬਰ ਨੇ ਭੰਗ ਦੀ ਭੇਟਾ ਰੱਖੀ। ਇਸ ਚੀਜ਼ ਵੱਲ ਡਾਕਟਰ ਜਿਹੜਾ ਸੁਖਪ੍ਰੀਤ ਸਿੰਘ ਉਦੋਂ ਕੇ ਇਸ਼ਾਰਾ ਕਰ ਰਿਹਾ, ਉਹਨੇ ਪੂਰੀ ਗੱਲ ਨਹੀਂ ਕੀਤੀ। ਉਹਨੇ ਇਹ ਕਿਹਾ ਕਿ ਬਾਬਰ ਕੋਲੋਂ ਵੀ ਭੰਗ ਦੀ ਗੱਲ ਉਹਨਾਂ ਨੇ ਇੰਨਾ ਕੁ ਟੱਚ ਕਰਕੇ ਗਾਹਾਂ ਚਲੇ ਗਏ। ਮਤਲਬ ਇਹ ਇੱਕ ਜੜ ਲਾ ਗਏ ਤਾਂ ਕਿ ਤੁਸੀਂ ਭੰਗ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ। ਇਹ ਤਾਂ ਆਦਿ ਕਾਲ ਤੋਂ ਚੱਲੀ ਆ ਰਹੀ ਭਾਈ। ਸੋ ਉਹਨਾਂ ਨੇ ਭੰਗ ਦੀ ਭੇਟਾ ਅੱਗੇ ਰੱਖੀ। ਗੁਰੂ ਜੀ ਨੂੰ ਬੇਪਰਵਾਹ ਦਰਵੇਸ਼ ਜਾਣਿਆ ਕਿ ਇਹਨਾਂ ਨੂੰ ਧਨ ਦਾ ਜਰਾ ਵੀ ਲੋਭ ਨਹੀਂ ਹੈ। ਜਦ ਭੰਗ ਗੁਰੂ ਜੀ ਦੇ ਅੱਗੇ ਰੱਖੀ ਤਾਂ ਉਸ ਨੂੰ ਵੇਖ ਕੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਉਸ ਤੋਂ ਬਾਅਦ ਗੁਰਬਾਣੀ ਦਾ ਸ਼ਬਦ ਲਾ ਦਿੱਤਾ, ਜਿਹਦਾ ਕੋਈ ਆਪਸ ਵਿੱਚ ਕੋਈ ਮੇਲ ਨਹੀਂ। ਪਰ ਗੁਰੂ ਨਾਨਕ ਪਾਤਸ਼ਾਹ ਦੇ ਮੁਖ ਚੋਂ ਇਹ ਨਹੀਂ ਕਢਵਾਇਆ ਕਿ ਬਈ ਇਹ ਭੰਗ ਨਸ਼ਾ ਆ, ਸਾਡੇ ਅੱਗੇ ਕਿਉਂ ਰੱਖਿਆ ਗਿਆ ਹੈ। ਇਹ ਜਿਹੜੀ ਜੜ ਉਸਨੇ ਲਾਈ ਸੀ। ਔਰ ਫਿਰ ਇਸ ਤੋਂ ਅੱਗੇ ਬਹੁਤ ਲਿਖਿਆ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਇਹ ਵਰ ਦਿੱਤਾ ਕਿ ਤੁਸੀਂ ਇੱਥੇ ਰਾਜ ਭੋਗੋ, ਜਿੰਨਾ ਚਿਰ ਤੁਸੀਂ ਨਿਆਂ ਦਾ ਰਾਜ ਕਰੋਗੇ ਤੁਹਾਡਾ ਰਾਜ ਬਣਿਆ ਰਹੇਗਾ। ਇਹ ਸਾਰੇ ਜਿਹੜੇ ਆ ਵਰ ਗੁਰੂ ਨਾਨਕ ਪਾਤਸ਼ਾਹ ਨੂੰ ਨੇ ਬਾਬਰ ਨੂੰ ਦਿੱਤੇ ਸਨ ਇਸ ਗ੍ਰੰਥ ਅਨੁਸਾਰ। ਸੋ ਇਹ ਜਿਹੜਾ ਹਿੰਦੁਸਤਾਨ ਦਾ ਗੁਲਾਮ ਹੋਣਾ, ਉਹ ਗੁਰੂ ਨਾਨਕ ਪਾਤਸ਼ਾਹ ਦੀ ਬਦੌਲਤ ਕਵੀ ਸੰਤੋਖ ਸਿੰਘ ਨੇ ਦੱਸ ਦਿੱਤਾ ਕਿ ਮੁਗਲਾਂ ਦੀ ਜੜ ਲਾਉਣ ਵਾਲਾ ਗੁਰੂ ਨਾਨਕ ਪਾਤਸ਼ਾਹ ਜੀ ਸਨ। ਉਹਨਾਂ ਨੇ ਭੰਗ ਦੀ ਭੇਟਾ ਲਈ ਤੇ ਖੁਸ਼ ਹੋ ਕੇ ਤਾਂ ਉਹ ਬਾਬਰ ਨੂੰ ਇੱਥੋਂ ਦਾ ਰਾਜ ਬਖਸ਼ ਦਿੱਤਾ। ਅੱਗੋਂ ਉਹਨਾਂ ਦੇ ਹੋਰ ਪੁੱਤਰ ਪੋਤੇ ਬਹੁਤ ਦੇਰ ਰਾਜ ਕਰਦੇ ਰਹੇ। ਇਹ ਮੈਂ ਸਿਰਫ ਜ਼ਿਕਰ ਕੀਤਾ ਕਿ ਕਿਵੇਂ, ਔਰ ਇਵੇਂ ਇਹੀ ਗ੍ਰੰਥ ਦਾ ਕਰਤਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਸਮੇਂ ਦੀ ਹਕੂਮਤ ਨਾਲ ਲੜਾਈ ਹੁੰਦੀ ਹੈ, ਉਸ ਵੇਲੇ ਵੀ ਇੱਕ ਵਾਰ ਭੰਗ ਦਾ ਜ਼ਿਕਰ ਕਰਦਾ ਹੈ ਕਿ ਜਿੱਦਾਂ ਭੰਗ ਪੀਤੀ ਹੁੰਦੀ ਹੈ, ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਰਿਹਾ। ਮਤਲਬ ਭੰਗ ਦਾ ਜ਼ਿਕਰ। ਔਰ ਗੁਰੂ ਗੋਬਿੰਦ ਸਿੰਘ ਤੱਕ ਪੁੱਜਦੇ ਤਾਂ ਇਹਨਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਨ ਦੇ ਵਿੱਚ 2 ਵਾਰੀ ਭੰਗ ਤੇ ਜਿਹੜਾ ਹੈ
ਅਫੀਮ ਦਾ ਨਸ਼ਾ ਇਸ ਕਰਤਾ ਨੇ, ਇਹਨਾਂ ਲਿਖਾਰੀਆਂ ਨੇ ਕਰਾ ਦਿੱਤਾ, ਔਰ ਸਿੱਖ ਜਿਹੜੇ ਆ ਉਹ ਕੂਕ ਸੁੱਤੇ ਪਏ ਹਨ। ਸੋ ਆਓ ਅੱਜ ਦਾ ਜਿਹੜਾ ਚਰਿੱਤਰ ਹੈ ਉਹ ਚਰਿੱਤਰ ਨੰਬਰ ਹੈ 245, ਜਿਸ ਦੀ ਅਸੀਂ ਵਿਚਾਰ ਕਰਨੀ ਹੈ ਕਿ ਕਿਵੇਂ ਇਹ ਭੰਗ ਨੂੰ, ਨਸ਼ਿਆਂ ਨੂੰ ਸਾਡੇ ਵਿੱਚ ਇਹਦੀ ਜੜ ਲਾ ਰਹੇ ਨੇ ਸਾਡੇ ਵਿਦਵਾਨ। ਉਹ ਜਿਹੜਾ ਵੀਰ ਨੇ ਕਹਾਣੀ ਦੱਸੀ ਸੀ ਨਾ, ਸ਼ਿਕਾਰੀ ਦੇ ਤਿੱਤਰ ਵੀ ਵਰਗਲਾ ਕੇ ਲੋਕਾਂ ਨੂੰ ਭੁਲੇਖਾ ਪਾ ਕੇ ਜਾਲ ਵਿੱਚ ਫਸਾਉਣਾ, ਇਹ ਸਾਡੇ ਅੱਜ ਦੇ ਵਿਦਵਾਨ ਕਰ ਰਹੇ ਨੇ, ਜਸਟੀਫਾਈ ਕਰ ਰਹੇ ਨੇ ਕਿ ਨਸ਼ਾ ਠੀਕ ਹੈ ਥੋੜ੍ਹੀ ਮਾਤਰਾ ਵਿੱਚ, ਇੰਨੀ ਮਾਤਰਾ ਵਿੱਚ। ਇਹਦੇ ਵੀ ਦੁਨੀਆ 'ਚ ਜਿਹੜੀ ਚੀਜ਼ ਬਣੀ ਹੈ, ਮੂਲੀ ਹੈ, ਗਾਜਰ ਹੈ, ਸ਼ਲਗਮ ਹੈ, ਟਮਾਟਰ ਹੈ, ਹਰ ਚੀਜ਼ ਦੇ ਆਪਣੇ ਗੁਣ ਨੇ ਭਾਈ। ਬਿਨਾਂ ਕਿਸੇ ਗੁਣ ਤੋਂ ਕੋਈ ਚੀਜ਼ ਨਹੀਂ ਹੈ, ਪਰ ਉਸਦੇ ਕਿੰਨੇ ਚੰਗੇ ਗੁਣ ਨੇ ਤੇ ਕਿੰਨੇ ਮਾੜੇ ਗੁਣ ਨੇ, ਕਿੰਨਾ ਸਾਡੇ 'ਤੇ ਭੈੜਾ ਅਸਰ ਕਰਨਾ, ਉਹ ਮੈਟਰ ਕਰਦਾ। ਇਸ ਕਰਕੇ ਗੁਰਮਤਿ ਵਿੱਚ ਨਸ਼ਿਆਂ ਨੂੰ ਵਰਜਿਤ ਕੀਤਾ ਗਿਆ ਹੈ। ਪਰ ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਵਰਜਿਤ ਕਰ ਦਿੱਤੇ, ਔਰ ਇਹ ਜਿਹੜੇ ਹੋਰ ਗ੍ਰੰਥ, ਔਰ ਗ੍ਰੰਥ ਨੂੰ ਗੁਰੂ ਦੇ ਨਾਂ 'ਤੇ ਕਹਿ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਨੇ ਲਿਖਿਆ। ਹੁਣ ਵਿਚਾਰੇ ਸਿੱਖ ਕੀ ਕਰਨ? ਹਰ ਸਿੱਖ ਕੋਲ ਤਾਂ ਟਾਈਮ ਨਹੀਂ ਪੜ੍ਹਨ ਦਾ। ਆਓ ਅੱਜ ਦਾ ਜਿਹੜਾ ਚਰਿੱਤਰ ਅਸੀਂ ਪੜ੍ਹਨਾ, ਇਹਨੂੰ ਧਿਆਨ ਨਾਲ ਸੁਣੋ, ਤੁਹਾਨੂੰ ਪਤਾ ਲੱਗੇਗਾ ਕਿ ਕੀ ਹੋ ਰਿਹਾ। ਚਰਿੱਤਰ ਨੰਬਰ 245, ਔਰ ਜਿਹੜਾ ਅੰਕ ਹੈ ਇਹ ਹੈ 1976 ਤੋਂ ਲੈ ਕੇ 1988, ਜਿਹੜਾ ਡਾਕਟਰ ਰਤਨ ਸਿੰਘ ਜੱਗੀ ਜੀ ਨੇ ਅਰਥ ਕੀਤੇ ਹਨ। ਸੋ ਆਓ, ਪੂਰਬ ਦਿਸ਼ਾ ਵਿੱਚ ਖੰਭਾਵਤ ਨਾਂ ਦੀ ਇੱਕ ਨਗਰੀ ਜਗਤ ਵਿੱਚ ਬਹੁਤ ਉਜਾਗਰ ਸੀ। ਉਸ ਦੇ ਰਾਜੇ ਦਾ ਨਾਂ ਰੂਪਸੈਨ ਸੀ, ਜਿਸ ਦੇ ਨੇੜੇ ਕੋਈ ਦੁਸ਼ਟ ਨਹੀਂ ਬਚਿਆ ਸੀ। ਉਸ ਦੀ ਇਸਤਰੀ ਦਾ ਨਾਂ ਮਦਨ ਮੰਜਰੀ ਸੀ। ਉਸ ਦੀ ਸੁੰਦਰਤਾ ਚੰਦਰਮਾ ਵਰਗੀ ਲੱਗਦੀ ਸੀ। ਉਸ ਨੇ ਹਿਰਨ ਦੇ ਦੋਵੇਂ ਨੈਣ ਚੁਰਾਏ ਹੋਏ ਸਨ। ਉਸ ਨੂੰ ਤੋਤੇ ਦੇ ਨੱਕ ਅਤੇ ਕੋਇਲ ਦੇ ਬੋਲ ਦਿੱਤੇ ਸਨ। ਰਾਜਾ ਬਹੁਤ ਅਧਿਕ ਅਮਲ ਕਰਕੇ ਕਈ ਪ੍ਰਕਾਰ ਨਾਲ, ਅੱਗੇ ਅਸ਼ਲੀਲ ਗੱਲਾਂ ਨੇ ਕਿ ਇਸਤਰੀਆਂ ਨਾਲ ਉਹ ਕੀ ਕਰਦਾ ਸੀ, ਅਤੇ ਇਸ ਕਰਕੇ ਉਸ ਨੂੰ ਅਸੀਂ ਨਹੀਂ ਪੜ੍ਹਨਾ ਹੈ, ਕਿਉਂਕਿ ਇਹਨਾਂ ਦੇ ਤ੍ਰਿਆ ਚਰਿੱਤਰਾਂ ਦੇ ਵਿੱਚ ਅਸ਼ਲੀਲਤਾ ਬਹੁਤ ਜ਼ਿਆਦਾ ਹੈ। ਉਸ ਨੂੰ ਸਾਨੂੰ ਛੱਡਣਾ ਪੈਂਦਾ ਹੈ। ਅਤੇ ਅੱਗੇ ਅਸੀਂ ਚੱਲਦੇ ਹਾਂ। ਅੱਗੇ ਜਿਹੜੀ ਕਹਾਣੀ ਚੱਲਦੀ ਹੈ ਉਸ ਦੇ ਵਿੱਚ ਅੱਗੇ 4-5 ਚਰਿੱਤਰ ਛੱਡ ਕੇ ਫਿਰ ਅਸੀਂ 9ਵਾਂ ਜਿਹੜਾ ਹੈ ਛੰਦ ਪੜ੍ਹਦੇ ਹਾਂ। ਤਿਲਕ ਮੰਜਰੀ ਨੇ ਅੱਛਾ ਅੱਗੇ ਚੌਥੇ ਚਰਿੱਤਰ ਤੋਂ ਬਾਅਦ ਉਹ ਰਾਣੀਆਂ ਨਾਲ ਭਾਂਤ ਦੇ ਉਹ ਜੋ ਵੀ ਹੈ ਆਸਣ ਕਰਦਾ ਸੀ। ਰਸਕ ਤਿਲਕ ਮੰਜਰੀ ਨਾਂ ਦੀ ਇੱਕ ਇਸਤਰੀ ਦੱਸੀ ਜਾਂਦੀ ਸੀ, ਉਸ ਨੂੰ ਉਹ ਬਹੁਤ ਪਿਆਰ ਕਰਦਾ ਸੀ। ਅੱਛਾ, ਉਹ ਇੱਕ ਸ਼ਾਹ ਦੀ ਇਸਤਰੀ ਸੀ। ਰਸ ਤਿਲਕ ਮੰਜਰੀ ਨਾਂ ਦੀ ਇੱਕ ਇਸਤਰੀ ਦੱਸੀ ਜਾਂਦੀ ਸੀ, ਉਸ ਨੂੰ ਜਗਤ ਵਿੱਚ ਬਹੁਤ ਧੰਨਵਾਦ ਸਮਝਿਆ ਜਾਂਦਾ ਸੀ। ਉਹ ਸ਼ਾਹ ਜਲਵਤਰੀ ਅਤੇ ਜਾਫਲ ਆਦਿ ਕੁਝ ਵੀ ਨਹੀਂ ਸੀ ਚਵਾਉਂਦਾ। ਮਤਲਬ ਉਹ ਸ਼ਾਹਣੀ ਸੀ ਜਿਹਦਾ ਨਾਂ ਸੀ ਰਸ ਤਿਲਕ ਮੰਜਰੀ। ਉਸ ਦਾ ਜਿਹੜਾ ਆਦਮੀ ਸ਼ਾਹ ਸੀ ਉਹ ਕੋਈ ਵੀ ਨਸ਼ਾ ਨਹੀਂ ਕਰਦਾ ਸੀ, ਅਤੇ ਸੋਫੀ ਤੇ ਸੂਮ ਹੋਣ ਕਰਕੇ ਭੁੱਲ ਕੇ ਵੀ ਭੰਗ ਨਹੀਂ ਖਾਂਦਾ ਸੀ। ਹੁਣ ਇਹ ਸਾਰਾ ਅਸੀਂ ਜਿਹੜਾ ਚਰਿੱਤਰ ਪੜ੍ਹਾਂਗੇ, ਇਹਦੇ ਵਿੱਚ ਇਹ ਜਿਹੜਾ ਲਿਖਾਰੀ ਹੈ, ਜਿਸ ਨੂੰ ਇਹ ਸਾਡੇ ਵੀਰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ, ਇਸ ਦੇ ਲਿਖਾਰੀ ਹਨ। ਹੁਣ ਤੁਸੀਂ ਦੇਖਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜਾਂ ਗੁਰੂ ਗ੍ਰੰਥ ਸਾਹਿਬ ਤੇ ਨਸ਼ਿਆਂ ਦੀ ਵਿਰੋਧਤਾ ਕਰ ਰਹੇ ਨੇ। ਇਹ ਇਨਸਾਨ ਨੂੰ ਖਤਮ ਕਰ ਦਿੰਦੇ ਨੇ, ਨਸ਼ੇ ਭੈੜੇ ਹੁੰਦੇ ਨੇ। ਅਤੇ ਆਹ ਜਿਹੜੇ ਸਾਡੇ ਵੀਰ ਨੇ ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਲਿਖਿਆ, ਜਾਂ ਕੁਝ ਵੀਰ ਕਹਿੰਦੇ ਨੇ ਉਹਨਾਂ ਨੇ ਉਲਥਾ ਕੀਤਾ। ਇਹਦੇ ਵਿੱਚੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਉਹ ਅਸੀਂ ਸਮਝ ਲੈਂਦੇ ਹਾਂ। ਸ਼ਾਹ ਆਪਣੇ ਆਪ ਨੂੰ ਬਹੁਤ ਸਿਆਣਾ ਅਖਵਾਉਂਦਾ ਸੀ, ਅਤੇ ਸੁਪਨੇ ਵਿੱਚ ਭੁੱਲ ਕੇ ਵੀ ਭੰਗ ਘੋਟ ਕੇ ਨਹੀਂ ਪੀਂਦਾ ਸੀ। ਜੋ ਰਾਣੀ ਭੰਗ ਪੀਂਦੀ ਸੀ, ਇੱਥੇ ਰਾਣੀ ਲਿਖਿਆ ਗਲਤੀ ਨਾਲ, ਐਕਚੁਅਲੀ ਉਸ ਦੀ ਘਰ ਵਾਲੀ ਜਿਹੜੀ ਭੰਗ ਪੀਂਦੀ ਸੀ ਉਸ ਨਾਲ ਬਹੁਤ ਲੜਦਾ ਸੀ, ਅਤੇ ਕਿਸੇ ਦੀਨ ਦੁਖੀਏ ਨੂੰ ਇੱਕ ਕੌਡੀ ਵੀ ਹੱਥੋਂ ਦਾਨ ਨਹੀਂ ਦਿੰਦਾ ਸੀ।
ਚੌਪਈ। ਉਹ ਜੇ ਕਿਸੇ ਨੂੰ ਭੰਗ ਪੀਂਦੇ ਵੇਖਦਾ ਤਾਂ ਉਸ ਦੇ ਨੇੜੇ ਨਾ ਖੜੋਂਦਾ। ਉਹ ਸ਼ਾਹਣੀ ਦਾ ਆਦਮੀ, ਸ਼ਾਹ ਜਿਹੜਾ ਸੀ, ਜੇ ਕਿਸੇ ਨੂੰ ਭੰਗ ਪੀਂਦੇ ਨੂੰ ਨਸ਼ਾ ਕਰਦੇ ਨੂੰ ਦੇਖਦਾ ਨਾ, ਤੇ ਉਹ ਉਸ ਦੇ ਨੇੜੇ ਨਹੀਂ ਖੜੋਂਦਾ ਸੀ। ਜਿਸ ਘਰ ਵਿੱਚ ਭੰਗ ਘੋਟਣ ਲਈ ਕੁੰਡਾ ਸੋਟਾ ਖੜਕਦਾ ਸੁਣਦਾ ਤਾਂ ਕਹਿੰਦਾ ਕਿ ਉਸ ਘਰ ਦਾ ਉਜਾੜਾ ਹੋਵੇਗਾ। ਅੱਗੇ ਕਹਿੰਦਾ ਕਿ ਉਸ ਦਾ ਘਰ ਉਜਾੜ ਹੋ ਜਾਵੇਗਾ ਜੋ ਬੰਦਾ ਭੰਗ ਅਤੇ ਅਫੀਮ ਖਾਂਦਾ ਹੈ। ਸਾਰੇ ਸੋਫੀ ਬੁੱਧੀ ਦੇ ਵੱਲ 'ਤੇ ਰਹਿੰਦੇ ਹਨ ਅਤੇ ਅਮਲੀਆਂ ਨੂੰ ਉਹ ਕੁਝ ਵੀ ਨਹੀਂ ਗਿਣਦੇ। ਜਦ ਤਿਲਕ ਮੰਜਰੀ ਨੇ ਇਹ ਸਭ ਕੁਝ ਸੁਣਿਆ ਤਾਂ ਉਹ ਹੱਸਦੀ ਅਤੇ ਸਿਰ ਹਿਲਾਉਂਦੀ ਹੋਈ ਉਸ ਕੋਲ ਗਈ। ਕਹਿਣ ਲੱਗੀ, ਹੇ ਮੰਦ ਬੁੱਧੀ ਵਾਲੇ, ਕੀ ਵੱਕ ਕਰ ਰਿਹਾ ਹੈ? ਸੋਫੀ ਦੀ ਸਥਿਤੀ ਤਾਂ ਸੀਤਲਾ ਦੇ ਵਾਹਣ ਅਰਥਾਤ ਖੋਤੇ ਵਰਗੀ ਹੁੰਦੀ ਹੈ। ਉਹ ਸ਼ਾਹ ਦੀ ਇਸਤਰੀ ਜਿਹੜੀ ਹੈ, ਉਹ ਆਪਣੇ ਪਤੀ ਨੂੰ ਕਹਿ ਰਹੀ ਹੈ ਕਿ ਤੂੰ ਬੜਾ ਸਿਆਣਾ ਬਣਿਆ ਫਿਰਦਾ, ਨਾ ਕੋਈ ਨਸ਼ਾ ਕਰਦਾ ਨਾ ਭੰਗ ਕਰਦਾ। ਉਹ ਜਿਹੜਾ ਸੋਫੀ ਬੰਦਾ ਕੋਈ ਬੰਦਾ ਹੁੰਦਾ? ਜਿਹੜਾ ਬੰਦਾ ਨਸ਼ਾ ਨਹੀਂ ਕਰਦਾ ਉਹ ਕੋਈ ਬੰਦਾ ਹੁੰਦਾ? ਉਹ ਤਾਂ ਜਿਹੜੀ ਹੈ ਸੀਤਲਾ ਮਾਈ, ਜਿਹੜੀ ਹਿੰਦੂ ਲੋਕ ਪੂਜਾ ਕਰਦੇ ਨੇ, ਉਹਦਾ ਵਾਹਣ ਹੁੰਦਾ ਖੋਤਾ। ਉਹਦੇ ਵਾਹਣ ਵਰਗਾ ਹੁੰਦਾ। ਆਪਣੇ ਪਤੀ ਨੂੰ ਕਹਿ ਰਹੀ ਹੈ ਕਿਉਂਕਿ ਤੂੰ ਨਸ਼ਾ ਨਹੀਂ ਕਰਦਾ ਇਸ ਲਈ ਤੂੰ ਖੋਤੇ ਦੇ ਬਰਾਬਰ ਹੈ। ਆ ਵੀਰ ਸਾਰੇ ਸਮਝ ਲਓ, ਜਿਹੜੇ ਆਪਣੇ ਆਪ ਨੂੰ ਗੁਰਮੁਖ ਕਹਿੰਦੇ ਨੇ, ਅੰਮ੍ਰਿਤਧਾਰੀ ਨੇ, ਤਿਆਰ ਵਰ ਤਿਆਰ ਸਿੰਘ ਨੇ, ਕੋਈ ਨਸ਼ਾ ਨਹੀਂ ਕਰਦੇ ਹਨ, ਪਰ ਇਸ ਗ੍ਰੰਥ ਨੂੰ ਗੁਰੂ ਕਿਰਤ ਮੰਨਦੇ ਹਨ, ਤਾਂ ਇਹ ਗ੍ਰੰਥ ਤੁਹਾਨੂੰ ਵੀਰੋ ਕਹਿ ਰਿਹਾ ਕਿ ਤੁਸੀਂ ਖੋਤੇ ਦੇ ਬਰਾਬਰ ਹੋ। ਇਹ ਵਿਚਿੱਤਰ ਨਾਟਕ ਤੁਹਾਨੂੰ ਖੋਤਾ ਕਹਿ ਰਿਹਾ, ਔਰ ਤੁਸੀਂ ਇਸ ਗ੍ਰੰਥ ਨੂੰ ਕਹਿ ਰਹੇ ਹੋ ਕਿ ਗੁਰੂ ਗੋਬਿੰਦ ਸਿੰਘ ਦੀ ਕਿਰਤ ਹੈ। ਜੇ ਤੁਸੀਂ ਸੱਚਮੁੱਚੀ ਦਿਲੋਂ ਮਨੋਂ ਮੰਨਦੇ ਹੋ ਗੁਰੂ ਗੋਬਿੰਦ ਸਿੰਘ ਦੀ ਕਿਰਤ ਹੈ, ਤਾਂ ਫਿਰ ਤੁਸੀਂ ਆਪਣੇ ਆਪ ਨੂੰ ਆਪੇ ਖੋਤਾ ਕਹਿ ਰਹੇ ਹੋ, ਕਿਉਂਕਿ ਇਹਦੇ ਵਿੱਚ ਤਾਂ ਖੋਤਾ ਲਿਖਿਆ ਹੋਇਆ, ਜਿਹੜਾ ਬੰਦਾ ਨਸ਼ਾ ਨਹੀਂ ਕਰਦਾ। ਰਾਜਾ ਅਮਲ ਪੀਂਦਾ ਹੈ ਤੇ ਅਮਲ ਪੀ ਕੇ ਉਹ ਬਹੁਤ ਕਾਮ ਕਰਦਾ, ਇਸਤਰੀਆਂ ਨਾਲ ਕਾਮ ਵਾਸ਼ਨਾ ਉਹ ਪੂਰੀ ਕਰਦਾ ਹੈ। ਇਸ ਤਰ੍ਹਾਂ ਇਹ ਜਿਹੜੇ 10ਵੇਂ ਛੰਦ ਵਿੱਚ ਇਹੀ ਲਿਖਿਆ ਹੋਇਆ ਹੈ, ਅਮਲੀ ਜੋਗੀ ਅਮਲ ਖਾਂਦਾ ਹੈ ਅਤੇ ਭਗਵਾਨ ਨਾਲ ਆਪਣਾ ਧਿਆਨ ਜੋੜਦਾ। ਮਤਲਬ ਰੱਬ ਨਾਲ ਧਿਆਨ ਜੋੜਨ ਲਈ ਇਸ ਗ੍ਰੰਥ ਅਨੁਸਾਰ ਅਮਲ ਕਰਨਾ ਜ਼ਰੂਰੀ ਹੈ। ਲੜਾਈ ਦੇ ਮੈਦਾਨ ਵਿੱਚ ਯੋਧਾ ਜਾਂਦਾ, ਉਹ ਵੀ ਅਮਲ ਕਰਦਾ। ਫਿਰ ਲੜਾਈ ਦੇ ਮੈਦਾਨ ਵਿੱਚ ਜਾਣਾ ਤਾਂ ਵੀ ਭੰਗ ਜ਼ਰੂਰ ਪੀਓ, ਅਮਲ ਕਰੋ। ਤੇ ਉਹਨਾਂ ਨਸ਼ਿਆਂ ਦਾ ਸਵਾਦ ਚੱਕ ਕੇ ਭਲਾ ਸੂਮ ਸੋਫੀ ਕੀ ਕਰਨਗੇ। ਭਾਵ ਨਸ਼ੇ ਪੀਣਾ ਬਹੁਤ ਚੰਗੀ ਗੱਲ ਹੁੰਦੀ ਹੈ। ਇਹ ਜਿਹੜੇ ਸੂਮ ਤੇ ਸੋਫੀ ਬੰਦੇ ਆ ਨਾ, ਜਿਹੜੇ ਨਸ਼ੇ ਨਹੀਂ ਕਰਦੇ, ਉਹ ਮੂਰਖ ਬੰਦੇ, ਉਹ ਨਸ਼ਾ ਕਰਕੇ ਕੀ ਜਾਣਨ, ਉਹਨਾਂ ਨੂੰ ਕੀ, ਮੰਨ ਲਓ ਉਹ ਤਾਂ ਬਾਲੇ ਨਖਿੱਧ ਬੰਦੇ ਨੇ, ਭੈੜੇ ਬੰਦੇ ਨੇ। ਸ਼ਾਹ ਨੇ ਕਿਹਾ ਅੱਗੇ, ਸ਼ਾਹ ਆਪਣੇ ਵੱਲੋਂ ਸਿਆਣਾ ਬੰਦਾ ਸੋਫੀ ਹੈ, ਸਮਝਦਾਰ, ਕੰਮਕਾਰ ਕਰਦਾ, ਆਪਣਾ ਟੱਬਰ ਪਾਲਦਾ। ਪਰ ਸੁਣੋ, ਜੋ ਪੁਰਸ਼ ਅਮਲ ਪੀਂਦਾ ਹੈ ਉਹ ਦਿਨ ਰਾਤ ਊਂਘਦਾ ਰਹਿੰਦਾ ਹੈ। ਸ਼ਾਹ ਇਹ ਕਹਿ ਰਿਹਾ। ਔਰ ਜੇਕਰ ਆਮ ਸਮਝ ਵਾਲਾ ਬੰਦਾ ਇਹੀ ਸਮਝਦਾ ਹੈ ਕਿ ਜਿਹੜਾ ਬੰਦਾ ਅਮਲੀ ਹੈ, ਜੇ ਉਸ ਨੂੰ ਅਮਲ ਨਾ ਮਿਲੇ ਉਸ ਦੇ ਹੱਡ ਗੋਡੇ ਟੁੱਟਦੇ ਨੇ, ਉਸ ਦੀ ਬੁਰੀ ਹਾਲਤ ਹੁੰਦੀ ਹੈ। ਸ਼ਾਹ ਸਹੀ ਕਹਿ ਰਿਹਾ, ਪਰ ਇਸ ਗ੍ਰੰਥ ਦਾ ਕਰਤਾ ਜਿਹੜਾ ਸਹੀ ਕਹਿ ਰਿਹਾ ਉਸ ਨੂੰ ਤਾਂ ਖੋਤਾ ਕਹਿ ਰਿਹਾ, ਤੇ ਜਿਹੜਾ ਗਲਤ ਕਹਿ ਰਿਹਾ ਉਹ ਉਸ ਨੂੰ ਮਹਾਨ ਕਹਿ ਰਿਹਾ। ਤੇ ਸ਼ਾਹ ਕੀ ਕਹਿ ਰਿਹਾ, ਜੋ ਪੁਰਸ਼ ਅਮਲ ਪੀਂਦਾ ਹੈ ਉਹ ਦਿਨ ਰਾਤ ਊਂਘਦਾ ਰਹਿੰਦਾ ਹੈ। ਜੇ ਘੜੀ ਪਰ ਅਮਲ ਨਾ ਪੀਵੇ ਤਾਂ ਉਹਨਾਂ ਨੂੰ ਤਾਪ ਚੜ੍ਹ ਜਾਂਦਾ ਹੈ। ਜੋ ਪੁਰਸ਼ ਅਮਲ ਪੀਂਦੇ ਹਨ ਉਹ ਕਿਸੇ ਕੰਮ ਦੇ ਨਹੀਂ ਹਨ। ਅਮਲ ਖਾ ਕੇ ਘਰ ਵਿੱਚ ਮੁਰਦੇ ਵਾਂਗ ਪਏ ਰਹਿੰਦੇ ਹਨ। ਇਹ ਸ਼ਾਹ, ਇਹ ਤਾਂ ਗੁਰਮਤਿ ਦੀ ਗੱਲ ਹੈ ਕਿ ਅਮਲੀ ਜਿਹੜਾ ਬੰਦਾ ਹੈ ਉਹਨੂੰ ਅਮਲ ਨਾ ਮਿਲੇ ਤਾਂ ਫਿਰ ਉਹਦੀ ਕੀ ਹਾਲਤ ਹੁੰਦੀ ਹੈ। ਇਹ ਸੱਚ ਹੈ, ਪਰ ਇਸ ਗ੍ਰੰਥ ਦਾ ਕਰਤਾ ਕਹਿ ਰਿਹਾ ਵੀ ਇਹ ਤਾਂ ਨਕਮੀਆਂ ਗੱਲਾਂ। ਹੁਣ ਸੁਣੋ, ਇਸਤਰੀ ਨੇ ਕਿਹਾ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਸ਼ਰਾਰਤ ਕੀ ਹੈ। ਜਿਵੇਂ ਸ਼ਾਹ ਨੂੰ ਤਾਂ ਮਿਲਦੇ ਆ 1 ਮਿੰਟ, ਉਹਦੀ ਘਰ ਵਾਲੀ ਨੂੰ 3 ਮਿੰਟ, 4 ਮਿੰਟ, 5 ਮਿੰਟ, ਉਹ ਫਿਰ ਚੰਗੀ ਫਾਇਰਿੰਗ ਕਰਦੀ ਆ। ਫਿਰ ਵਿੱਚੋਂ ਸ਼ਾਹ ਵਿਚਾਰਾ ਬੋਲਦਾ ਮਾੜਾ ਜਿਹਾ, ਚੰਗੀ ਗੱਲ ਕਰਦਾ, ਫਿਰ ਉਹਨੂੰ ਰਗੜ ਕੇ ਰੱਖ ਦਿੰਦੀ ਹੈ। ਆਹ ਹੁਣ ਇਸਤਰੀ ਨੇ ਕੀ ਕਿਹਾ, ਸਿਆਣੇ ਸੋਚਦੇ ਰਹਿੰਦੇ ਹਨ
ਅਤੇ ਅਮਲੀ ਰਾਜ ਕਰਦੇ ਹਨ। ਜਿਹੜੇ ਅਮਲ ਕਰਦੇ ਹਨ ਨਾ ਉਹ ਰਾਜ ਕਰਦੇ ਹਨ, ਉਹ ਸਿਆਣੇ ਹੁੰਦੇ ਹਨ। ਅਤੇ ਜਿਹੜੇ ਨਹੀਂ ਅਮਲ ਕਰਦੇ ਉਹ ਆਪਣੇ ਆਪ ਨੂੰ ਸਿਆਣੇ ਸਮਝਦੇ, ਸੋਚਦੇ ਰਹਿੰਦੇ ਆ, ਪਰ ਉਹਨਾਂ 'ਤੇ ਰਾਜ ਅਮਲੀ ਕਰਦੇ ਹਨ। ਸੂਮ ਧਨ ਇਕੱਠਾ ਕਰਦਾ ਰਹਿੰਦਾ ਹੈ ਅਤੇ ਸੂਰਮਾ ਇੱਕ ਦਿਨ ਵਿੱਚ ਲੁਟਾ ਦਿੰਦਾ ਹੈ। ਅਮਲ ਪੀਣ ਨਾਲ ਜਸ ਹੁੰਦਾ ਹੈ। ਲਓ ਜੀ, ਜੇ ਨਸ਼ਾ ਕਰੋਗੇ ਤਾਂ ਤੁਹਾਡਾ ਬਹੁਤ ਪ੍ਰਸਿੱਧੀ ਹੋਏਗੀ, ਜਸ ਹੁੰਦਾ ਹੈ। ਅਤੇ ਦਾਨ ਦੇਣ ਅਤੇ ਖੰਡਾ ਖੜਕਾਉਣ ਵਿੱਚ ਹੀਣਾ ਨਹੀਂ ਹੋਣਾ ਪੈਂਦਾ। ਸੂਮ ਸੋਫੀ ਆਪਣੇ ਪ੍ਰਾਣ ਅੰਤ ਵਿੱਚ, ਇੱਥੇ ਗੰਦੀ ਗੱਲ ਲਿਖੀ ਹੋਈ ਹੈ ਕਿ ਉਹਨਾਂ ਦੀ ਮੌਤ ਕਿੱਦਾਂ ਹੁੰਦੀ ਹੈ। ਇਹ ਵੀਰ ਆਪ ਪੜ੍ਹ ਸਕਦੇ ਆ, ਮੈਂ ਤੁਹਾਨੂੰ ਪੜ੍ਹ ਕੇ ਨਹੀਂ ਦੱਸ ਸਕਦਾ। ਭੰਗ ਉਹ ਪੁਰਸ਼ ਪੀਂਦੇ ਹਨ ਜੋ ਹਰ ਭਗਤੀ ਕਰਦੇ ਹਨ। ਜੋ ਰੱਬ ਦੀ ਭਗਤੀ ਕਰਦੇ ਹਨ ਉਹ ਲੋਕੀ ਜਿਹੜੇ ਨੇ ਭੰਗ ਪੀਂਦੇ ਹਨ। ਜੇ ਭਈ ਰੱਬ ਦੀ ਭਗਤੀ ਤੁਸੀਂ ਕਰਨੀ ਹੈ ਤਾਂ ਭੰਗ ਪੀਣੀ ਪੈਣੀ ਆ। ਜੇ ਤੁਸੀਂ ਭੰਗ ਨਹੀਂ ਪੀਂਦੇ ਤਾਂ ਫਿਰ ਤੁਹਾਡੇ ਤੋਂ ਰੱਬ ਦੀ ਭਗਤੀ ਨਹੀਂ ਹੋਣੀ। ਸਾਰੇ ਸਿੰਘ ਦੇਖ ਲੈਣ ਜਿਹੜੇ ਨਸ਼ਾ ਨਹੀਂ ਕਰਦੇ ਪਰ ਕਹਿੰਦੇ ਰੱਬ ਦੀ ਭਗਤੀ ਕਰਦੇ ਆ, ਇਹ ਗ੍ਰੰਥ ਕਹਿੰਦਾ ਝੂਠੇ, ਨਹੀਂ ਹੋ ਸਕਦੀ। ਭੰਗ ਉਹ ਪੁਰਸ਼ ਪੀਂਦੇ ਹਨ ਜੋ ਕਿਸੇ ਦੀ ਆਸ ਨਹੀਂ ਕਰਦੇ। ਅਮਲ ਉਹ ਸੂਰਮੇ ਪੀਂਦੇ ਹਨ ਜਿਨ੍ਹਾਂ ਦੇ ਮੱਥੇ ਉੱਤੇ ਤਿਣਕੇ ਸੜ ਜਾਂਦੇ ਹਨ। ਭਾਵ ਬਹੁਤ ਤੇਜਸਵੀ ਮਸਤਕ ਵਾਲੇ ਹੁੰਦੇ ਹਨ। ਲਓ ਜੀ, ਜਿਹੜੇ ਬਹੁਤ ਤੇਜਸਵੀ ਬੰਦੇ ਹੁੰਦੇ ਹਨ, ਤੇਜ ਵਾਲੇ, ਇੰਨੇ ਤੇਜਸਵੀ ਕਿ ਜੇ ਤਿਣਕੇ ਉਹਦੇ ਮੱਥੇ ਰੱਖ ਦਿਓ ਸੜ ਜਾਂਦੇ ਹਨ, ਉਹ ਲੋਕ ਭੰਗ ਪੀਂਦੇ ਹਨ। ਉਹ ਲੋਕ ਕੀ ਭੰਗ ਪੀਣਗੇ? ਜਿਨ੍ਹਾਂ ਦੇ ਹੱਥ ਵਿੱਚ ਤੱਕੜੀ ਰਹਿੰਦੀ ਆ। ਲਓ ਜੀ, ਮੰਨ ਲਓ ਕੰਮਕਾਰ ਕਰਨਾ, ਦੁਕਾਨਦਾਰੀ ਕਰਨੀ ਬਹੁਤ ਭੈੜਾ ਕੰਮ ਹੈ। ਉਹ ਵਿਹਲੜ ਰਹੋ, ਤਲਵਾਰ ਕੋਲ ਰੱਖੋ, ਕਿਰਪਾਨ, ਭੰਗ ਪੀਓ, ਲੜਾਈ ਝਗੜੇ ਕਰੋ, ਇਹ ਤਾਂ ਬਹਾਦਰੀ ਵਾਲੇ ਕੰਮ ਹੋਏ। ਉਹ ਜੇ ਕੰਮ ਧੰਦੇ ਲੱਗੇ ਹੋਇਆ ਤਾਂ ਨਿਕੰਮਾ ਬੰਦਾ ਜੋ ਤੱਕੜੀ ਰਹਿੰਦੀ ਹੱਥ 'ਚ ਅੜਿਲ। ਫਿਰ ਕਹਿੰਦੀ ਆ ਬੀਬੀ, ਭੰਗ ਉਹ ਲੋਕ ਪੀਂਦੇ ਹਨ ਜਿਨ੍ਹਾਂ ਦੇ ਹੱਥ ਸਦਾ ਤਲਵਾਰ ਉੱਤੇ ਰਹਿੰਦੇ ਹਨ। ਜੇ ਉਹਨਾਂ ਨੂੰ ਕੌੜੇ ਵਚਨ ਕਹਿੰਦਾ ਹੈ, ਜੋ ਉਹਨਾਂ ਨੂੰ ਕੌੜੇ ਵਚਨ ਕਹਿੰਦਾ ਹੈ, ਉਹ ਸਿਰ ਉੱਤੇ ਕਿਰਪਾਨ ਦਾ ਭਾਰ ਸਹਿੰਦਾ ਹੈ। ਉਹ ਮੁੱਛਾਂ ਨੂੰ ਇਸ ਤਰ੍ਹਾਂ ਵੱਟ ਚੜ੍ਹਾਈ ਰੱਖਦੇ ਹਨ ਕਿ ਉਹਨਾਂ ਉੱਤੇ ਨਿੰਬੂ ਟਿਕੇ ਰਹਿੰਦੇ ਹਨ। ਉਹ ਪੁਰਸ਼ ਹੀ ਭੰਗ ਪੀਂਦੇ ਹਨ। ਤੇਰੇ ਵਰਗੇ ਪਸ਼ੂ ਕਿੱਥੇ ਪੀਂਦੇ ਹਨ? ਪਹਿਲਾਂ ਭੰਗ ਨਾ ਪੀਣ ਵਾਲਿਆਂ ਨੂੰ ਖੋਤਾ ਕਿਹਾ ਸੀ। ਹੁਣ ਉਹ ਬੀਬੀ ਇੰਨੀ ਗੁੱਸੇ 'ਚ ਆ ਗਈ, ਪਸ਼ੂ ਮਤਲਬ ਸਾਰੇ ਗਾਂ, ਮੱਝ, ਮੈਂਹਾਂ, ਬੌਲਦ, ਸਾਰਾ ਕੁਛ ਪਸ਼ੂ, ਬੱਕਰੀਆਂ, ਉਹ ਪਸ਼ੂ ਹਨ ਜਿਹੜੇ ਬੰਦੇ ਭੰਗ ਨਹੀਂ ਪੀਂਦੇ ਹਨ। ਨਾ ਗੰਜੇ ਜਾਣ ਵਾਲਿਆਂ ਨੂੰ ਗੰਜਤ ਕਰਨ ਵਾਲੇ ਸਦਾ ਅਗੰਜ ਪੁਰਸ਼ ਹੁੰਦੇ ਹਨ। ਜਿਨ੍ਹਾਂ ਦੇ ਹੱਥ ਵਿੱਚ ਤਲਵਾਰ ਵੇਖ ਕੇ ਡਰੇ ਹੋਇਆਂ ਦਾ ਦੁੱਖ ਦੂਰ ਹੋ ਜਾਂਦਾ ਹੈ, ਉਹ ਭੰਗ ਪੀਂਦੇ ਹਨ। ਜਿਨ੍ਹਾਂ ਨੇ ਜਗਤ ਵਿੱਚ ਅਧਿਕ ਜਸ ਲੈਣਾ ਹੁੰਦਾ ਹੈ, ਉਹ ਪਹਿਲਾਂ ਜਗਤ ਵਿੱਚ ਤਲਵਾਰ ਦਾਨ ਕਰਦੇ ਹਨ, ਫਿਰ ਸੰਸਾਰ ਤੋਂ ਜਾਂਦੇ ਹਨ, ਫਿਰ ਮਰਦੇ ਹਨ। ਦੋਹਰਾ, ਉਹ ਪੁਰਸ਼ ਹੀ ਨਸ਼ੇ ਦਾ ਸੇਵਨ ਕਰਦੇ ਹਨ। ਹੇ ਅਜ਼ਾਨ, ਤੂੰ ਕੀ ਨਸ਼ਾ ਕਰੇਂਗਾ? ਸਦਾ ਹੱਥ ਵਿੱਚ ਤਕੜੀ ਹੀ ਫੜੀ ਹੈ, ਕਦੇ ਲੱਕ ਨਾਲ ਕਿਰਪਾਨ ਨਹੀਂ ਕੱਸੀ। ਲਓ ਜੀ, ਫਿਰ ਉਸ ਨੂੰ ਕਹਿ ਦਿੱਤਾ ਨਾਦਾਨ, ਕਹਿ ਦਿੱਤਾ। ਪਹਿਲਾਂ ਪਸ਼ੂ ਕਿਹਾ, ਉਸ ਤੋਂ ਪਹਿਲਾਂ ਗਧਾ ਕਿਹਾ। ਅੱਗੇ ਸੁਣੋ ਜੀ, ਚੌਪਈ। ਇਹ ਬੋਲ ਸੁਣ ਕੇ ਸ਼ਾਹ ਗੁੱਸੇ ਨਾਲ ਭਰ ਗਿਆ ਅਤੇ ਆਪਣੀ ਪਤਨੀ ਨੂੰ ਕੌੜੇ ਬੋਲ ਬੋਲੇ। ਉਸ ਉੱਤੇ ਲੱਤਾਂ ਅਤੇ ਮੁੱਕਿਆਂ ਦਾ ਪ੍ਰਹਾਰ ਕੀਤਾ ਅਤੇ ਕਿਹਾ ਕਿ ਤੂੰ ਇਸ ਤਰ੍ਹਾਂ ਕਿਉਂ ਬੋਲੀ ਹੈ? ਹੁਣ ਇਸਤਰੀ ਦੀ ਵਾਰੀ ਆ ਗਈ, ਸ਼ਾਹ ਦੀ ਘਰ ਵਾਲੀ ਦੀ ਵਾਰੀ ਆ ਗਈ। ਹੇ ਸ਼ਾਹ ਜੀ, ਜੇ ਕਹੋ ਤਾਂ ਤੁਹਾਨੂੰ ਸੱਚ ਆਖਾਂ, ਫਿਰ ਵੀ ਮੈਂ ਮਨ ਵਿੱਚ ਤੁਹਾਡੇ ਪਾਸੋਂ ਬਹੁਤ ਡਰਦੀ ਹਾਂ। ਜੋ ਵੱਡਿਆਂ ਦੀ ਕੁੱਲ ਰੀਤ ਚੱਲੀ ਆਈ ਹੈ, ਉਹ ਮੈਂ ਤੁਹਾਡੇ ਪ੍ਰਤੀ ਕਹਿ ਕੇ ਸੁਣਾਉਂਦੀ ਹਾਂ। ਛਪੇ ਛੰਦ। ਬ੍ਰਾਹਮਣਾਂ ਨੂੰ ਦਾਨ ਦੇਣਾ। ਆ ਸਿੱਖੋ, ਸਮਝ ਲਓ, ਜੇ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਤੁਹਾਡੇ ਲਈ ਬ੍ਰਾਹਮਣ ਸੁਪਰੀਮ ਹੋਣੇ ਚਾਹੀਦੇ ਹਨ। ਤੁਸੀਂ ਉਹਨਾਂ ਨੂੰ ਮੰਨਦੇ ਹੀ ਨਹੀਂ। ਤੁਸੀਂ ਕਹਿੰਦੇ ਖਾਲਸਾ ਆਜ਼ਾਦ ਹੈ, ਖਾਲਸਾ ਇਹ ਵਰਨਾਸ਼ਰਮ ਤੋਂ ਆਜ਼ਾਦ ਹੈ। ਪਰ ਇਹ ਗ੍ਰੰਥ ਦਾ ਕਰਤਾ ਇਹ ਕਹਿ ਰਿਹਾ ਕਿ ਬ੍ਰਾਹਮਣਾਂ ਨੂੰ ਦਾਨ ਦੇਣਾ। ਅੱਗੇ ਬਹੁਤ ਕੁਛ ਲਿਖਿਆ, ਦੁਰਜਣਾ
ਦੇ ਸਿਰ ਤੇ ਖੜਕ ਵਜਾਣਾ, ਮਹਾਦੁਸ਼ਟਾਂ ਨੂੰ ਦੰਡ ਦੇਣਾ, ਗਰੀਬਾਂ ਨਤਾਣਿਆਂ ਦਾ ਦਰਿੱਦਰ ਦੂਰ ਕਰਨਾ। ਆਪਣੀਆਂ ਅੱਗੇ ਗਲਤ ਹੈ, ਉਹ ਅੱਗੇ ਮੈਂ ਪੜ੍ਹ ਨਹੀਂ ਸਕਦਾ ਕਿਉਂਕਿ ਉਹ ਅਸ਼ਲੀਲ ਗੱਲਾਂ ਨੇ, ਉਹ ਮੈਂ ਨਹੀਂ ਪੜ੍ਹ ਸਕਦਾ, ਮੈਂ ਛੱਡ ਦਿਆਂ। ਕਿਉਂਕਿ ਕੱਲ੍ਹ ਨੂੰ ਮੇਰੇ 'ਤੇ ਕੋਈ ਇਹ ਅਲਾਮਾ ਨਾ ਦਿਓ ਕਿ ਤੂੰ ਪੂਰੀ ਗੱਲ ਨਹੀਂ ਦੱਸੀ, ਭਾਈ ਅਸ਼ਲੀਲਤਾ ਵਾਲਾ ਪੋਰਸ਼ਨ ਮੈਂ ਛੱਡ ਦਿਆਂ। ਅਮਲ ਪੀ ਕੇ ਜੋ ਇਹ ਕੁਝ ਨਹੀਂ ਕਰਦੇ, ਉਹ ਇਸ ਲੋਕ ਵਿੱਚ ਕਿਉਂ ਆਏ? ਪਰ ਜਿਹੜੇ ਅਮਲ ਨਹੀਂ ਪੀਂਦੇ ਨਾ, ਨਸ਼ਾ ਨਹੀਂ ਕਰਦੇ, ਭਈ ਉਹਨਾਂ ਪੈਦਾ ਹੀ ਕਿਉਂ ਹੋਏ? ਐਡੀ ਨਖਿੱਧ ਗੱਲ ਕਰਤੀ ਵੀ ਤੁਹਾਡਾ ਪੈਦਾ ਹੋਣਾ ਬੇਕਾਰ ਹੈ। ਇਹ ਗੱਲ ਉਸ ਆਦਮੀ ਨੂੰ ਦੇਵਤੇ, ਦੈਂਤ, ਯਕਸ਼, ਗੰਧਰਵ ਹੱਸ ਹੱਸ ਕੇ ਕਹਿੰਦੇ ਹਨ। ਸ਼ੰਤ, ਜੋ ਬੰਦਾ ਭੰਗ ਨਹੀਂ ਪੀਂਦਾ ਅਤੇ ਜਿਸ ਦਾ ਮਨ ਕੌਡੀ ਮਾਇਆ ਵਿੱਚ ਲੱਗਾ ਰਹਿੰਦਾ ਹੈ, ਜੋ ਵਿਅਕਤੀ ਅਮਲ ਨਹੀਂ ਪੀਂਦਾ ਅਤੇ ਜਿਸ ਦਾ ਦਾਨ ਦੇਣ ਵਿੱਚ ਹਿੱਤ ਨਹੀਂ ਹੈ, ਉਹ ਲੋਕਾਂ ਦੀ ਉਪਮਾ ਪ੍ਰਾਪਤ ਕਰਕੇ ਸਿਆਣੇ ਅਖਵਾਉਂਦੇ ਹਨ। ਕਾਂ ਵੀ ਕਹਿਤਾ ਜੀ, ਪਹਿਲਾਂ ਗਧਾ ਫਿਰ ਪਸ਼ੂ, ਹੁਣ ਕਾਂ ਵੀ ਹੈ। ਉਹ ਕਾਂ ਦੀ ਉਪਮਾ ਉਹਨਾਂ ਨੂੰ ਦਿੱਤੀ ਜਾਂਦੀ ਹੈ। ਅੰਤ ਵਿੱਚ ਉਹ ਸੰਸਾਰ ਵਿੱਚ ਕੁੱਤੇ ਦੀ ਮੌਤੇ ਦੀਨ ਹੋ ਕੇ ਮਰਦੇ ਹਨ ਅਤੇ ਪਛਤਾਵਾ ਕਰਦੇ ਹਨ। ਜਿਹੜੇ ਭੰਗ ਨਹੀਂ ਪੀਂਦੇ, ਨਸ਼ਾ ਨਹੀਂ ਕਰਦੇ, ਉਹ ਕਾਂ ਵੀ ਹਨ ਅਤੇ ਕੁੱਤੇ ਦੀ ਮੌਤੇ ਮਰਦੇ ਹਨ। ਇਹ ਬਈ ਵੀਰੋ, ਸਾਰੇ ਜਿਹੜੇ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਕਿਰਤ ਮੰਨਦੇ ਹੋ ਨਾ, ਇਹ ਸਾਰੀਆਂ ਗਾਲਾਂ ਤੁਹਾਡੇ ਲਈ। ਤੂੰ ਨਸ਼ਾ ਤੁਸੀਂ ਕਰਦੇ ਨਹੀਂ, ਮੈਨੂੰ ਪਤਾ ਸਾਰੇ ਅੰਮ੍ਰਿਤਧਾਰੀ ਸਿੰਘ ਨਸ਼ਾ ਤਾਂ ਕੋਈ ਨਹੀਂ ਕਰਦਾ। ਫਿਰ ਆ ਗੁਰੂ ਦੀ ਲਿਖਤ ਹੈ, ਗੁਰੂ ਦਾ ਹੁਕਮ ਹੈ, ਗੁਰੂ ਨੇ ਲਿਖਿਆ, ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਅਨੁਸਾਰ, ਮੇਰੇ ਅਨੁਸਾਰ ਤਾਂ ਨਹੀਂ ਲਿਖਿਆ। ਸਾਡੇ ਸਤਿਗੁਰ ਐਸਾ ਕੁਛ ਵੀ ਊਲ ਜਲੂਲ ਨਹੀਂ ਲਿਖ ਸਕਦੇ, ਪਰ ਤੁਸੀਂ ਕਹਿੰਦੇ ਹੋ ਵਿਚਿੱਤਰ ਨਾਟ ਗੁਰੂ ਗੋਬਿੰਦ ਸਿੰਘ ਦੀ ਰਚਨਾ। ਫਿਰ ਇਹ ਸਾਰੀਆਂ ਗਾਲਾਂ ਤੁਹਾਡੇ ਲਈ ਹੈ, ਕਿਉਂਕਿ ਮੈਂ ਤਾਂ ਮੰਨਦਾ ਹੀ ਨਹੀਂ। ਤੁਸੀਂ ਮੰਨਦੇ ਹੋ ਪਰ ਪੀਂਦੇ ਨਹੀਂ, ਨਸ਼ਾ ਕਰਦੇ ਨਹੀਂ ਹੋ। ਜਾਂ ਤਾਂ ਨਸ਼ਾ ਕਰਿਆ ਕਰੋ, ਗੁਰੂ ਦੀ ਗੱਲ ਮੰਨੋ, ਜਾਂ ਫਿਰ ਇਸ ਗ੍ਰੰਥ ਨੂੰ ਛੱਡ ਦਿਓ। ਪਰ ਦੋਗਲਾਪਨ ਨਾ ਰੱਖੋ, ਨਸ਼ਾ ਵੀ ਨਹੀਂ ਕਰਦੇ ਔਰ ਇਸ ਗ੍ਰੰਥ ਨੂੰ ਗੁਰੂ ਕਿਰਤ ਵੀ ਮੰਨਦੇ ਹੋ, ਗੁਰੂ ਦਾ ਹੁਕਮ ਨਹੀਂ ਮੰਨਦੇ ਹੋ। ਸੋ ਇਹ ਸਾਰੀਆਂ ਜਿਹੜੇ ਤਖੱਲਸ ਹੈ, ਇਸ ਬੀਬੀ ਨੇ ਇਸ ਲਿਖਾਰੀ ਰਾਹੀਂ ਸਾਨੂੰ ਸਿੱਖਾਂ ਨੂੰ ਦੇ ਦਿੱਤੇ। ਦੋਹਰਾ, ਉਹ ਅੰਤ ਵਿੱਚ ਕਾਂ ਦੀ ਮੌਤੇ ਮਰ ਕੇ ਮਨ ਵਿੱਚ ਪਛਤਾਉਂਦਾ ਹੈ। ਉਸਨੇ ਜਿਹੜਾ ਨਸ਼ਾ ਨਹੀਂ ਕਰਦਾ, ਉਸਨੇ ਨਾ ਖੰਡਾ ਫੜਿਆ ਹੈ ਅਤੇ ਨਾ ਹੀ ਜਗਤ ਵਿੱਚ ਕੁਝ ਜਸ ਖਟਿਆ ਹੈ। ਚੌਪਈ, ਸ਼ਾਹ ਨੇ ਕਿਹਾ, ਹੇ ਸ਼ਾਹਣੀ ਸੁਣ, ਤੂੰ ਕੁਝ ਨਹੀਂ ਜਾਣਦੀ ਅਤੇ ਸੋਫੀਆਂ ਨੂੰ ਅਮਲ ਦੀ ਗੱਲ ਕਹਿੰਦੀ ਹੈ। ਨਿਰਧਨ ਸੋਫੀ ਵੀ ਧਨ ਪੈਦਾ ਕਰਦਾ ਹੈ ਅਤੇ ਅਮਲੀ ਰਾਜਾ ਵੀ ਧਨ ਲੁਟਾ ਦਿੰਦਾ ਹੈ। ਦੇਖੋ, ਮਾੜਾ ਜਿਹਾ ਸ਼ਾਹ ਬੋਲਦਾ ਨਾ, ਆ ਦੋ ਲਾਈਨਾਂ ਬੋਲੀਆਂ, ਫਿਰ ਮਤਲਬ ਛਾਣੀ ਨੇ ਸ਼ੁਰੂ ਹੋ ਜਾਣਾ। ਮਤਲਬ ਇੱਥੇ ਜ਼ੋਰ ਸਾਰਾ ਛਾਣੀ ਦਾ, ਨਸ਼ੇ ਕਰਨ ਵਾਲੀ ਦਾ। ਉਹ ਕੀ ਕਹਿੰਦੀ ਹੈ, ਜੋ ਲੋਕ ਅਮਲ ਖਾਂਦੇ ਹਨ ਉਹ ਕਦੇ ਵੀ ਗਲਤੀ ਨਹੀਂ ਕਰਦੇ। ਲਓ ਜੀ, ਸੁਣ ਲਓ, ਅਸੀਂ ਤਾਂ ਕਹਿੰਦੇ ਵੀ ਸਿੱਖ ਧਰਮ ਤੋਂ ਨਸ਼ੇ ਬਾਹਰ ਕਰਨੇ ਆ, ਪੰਜਾਬ ਤੋਂ ਨਸ਼ੇ ਬਾਹਰ ਕਰਨੇ ਆ, ਨਸ਼ਿਆਂ ਨੇ ਪੰਜਾਬ ਬਰਬਾਦ ਕਰ ਦਿੱਤਾ। ਪਰ ਆਹ ਗ੍ਰੰਥ ਜਿਸ ਨੂੰ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਹੋਇਆ, ਇਹ ਤਾਂ ਕਹਿੰਦਾ ਵੀ ਯਾਰ ਜਿਹੜੇ ਨਸ਼ੇ ਨਹੀਂ ਕਰਦੇ, ਜੋ ਲੋਕ ਅਮਲ ਨਹੀਂ ਖਾਂਦੇ ਹਨ, ਉਹ ਕਦੇ ਵੀ ਗਲਤੀ, ਜੋ ਲੋਕ ਅਮਲ ਖਾਂਦੇ ਹਨ ਉਹ ਕਦੇ ਵੀ ਗਲਤੀ ਨਹੀਂ ਕਰਦੇ। ਲੋ ਹੁਣ ਸਮਝ ਲਓ, ਮੰਨ ਲਓ ਇਹਨੂੰ। ਉਹ ਹੋਰਾਂ ਨੂੰ ਛਲ ਲੈਂਦੇ ਹਨ, ਮਤਲਬ ਹੋਰਾਂ ਨੂੰ ਧੋਖਾ ਦਿੰਦੇ ਅਮਲ ਖਾਣ ਵਾਲੇ, ਪਰ ਆਪ ਚਲੇ ਨਹੀਂ ਜਾਂਦੇ। ਉਹ ਇੱਕ ਛਿਣ ਵਿੱਚ ਅੱਗੇ ਉਹ ਇਸਤਰੀਆਂ ਬਾਰੇ ਗਲਤ ਗੱਲ ਲਿਖੀ ਹੈ, ਮੈਂ ਨਹੀਂ ਬੋਲ ਸਕਦਾ। ਅਮਲ ਕਰਨ ਵਾਲੇ ਅੜੇਲਾ ਆ ਗਿਆ, ਅਮਲ ਕਰਨ ਵਾਲੇ, ਉਹ ਵੀ ਅੱਗੇ ਵੀ ਗਲਤ ਲਿਖਿਆ ਹੋਇਆ। ਅੱਗੇ ਸਾਰਾ ਜਿਹੜਾ 33, 23, 24, 25 ਇਹ ਸਾਰੇ ਨਹੀਂ ਪੜ੍ਹ ਸਕਦਾ ਮੈਂ। 26, 27, 28, 29 ਤੱਕ ਇਹ ਸਾਰਾ ਹੀ ਅਸ਼ਲੀਲਤਾ ਨਾਲ ਭਰੇ ਹੋਏ ਨੇ, ਮੈਂ ਨਹੀਂ ਪੜ੍ਹ ਸਕਦਾ, ਇਹਨਾਂ ਨੂੰ ਛੱਡ ਰਿਹਾ। ਅੱਗੇ ਹੈ, ਅੱਛਾ, ਉਹ ਚਤੁਰ ਇਸਤਰੀ ਕਈ ਢੰਗਾਂ ਨਾਲ ਪਤੀ ਨੂੰ ਸਮਝਾ ਹਟੀ। ਮੰਨ ਲਓ ਜਿਹੜੀ ਭੰਗ ਪੀਣ ਵਾਲੀ ਇਸਤਰੀ ਸੀ, ਉਹ ਸਮਝਦਾਰ ਇਸਤਰੀ ਕਈ ਤਰੀਕਿਆਂ ਨਾਲ ਉਸ ਆਪਣੇ ਆਦਮੀ ਨੂੰ ਸਮਝਾਇਆ, ਪਰ ਉਹ ਮੂਰਖ ਪਤੀ ਨਾ ਸਮਝਿਆ। ਉਹ ਨਹੀਂ ਮੰਨਿਆ ਭੰਗ ਪੀਣ ਨੂੰ, ਨਸ਼ਾ ਖਾਣ ਨੂੰ, ਅਤੇ ਰੋਹ ਵਿੱਚ ਆ ਕੇ ਉੱਠ ਖੜੋਤਾ। ਇਸਤਰੀ ਨੂੰ ਪਕੜ ਕੇ ਲਚਕਦਾਰ ਚਾਵਕ ਤਰਲ ਤਾਜਨ, ਉਹ ਛਟੀ ਹੁੰਦੀ ਨਾ, ਜਦ ਤੂਤ ਦੀ ਛਟੀ ਵੱਢ ਕੇ ਤਾਂ ਪਸ਼ੂਆਂ ਨੂੰ ਮਾਰੀਦਾ ਸੀ, ਉਹੀ ਜੀ
ਮਾਰਿਆ ਤਾਂ ਇਸਤਰੀ ਨੇ ਖੜੋ ਕੇ ਇਸ ਤਰ੍ਹਾਂ ਚਰਿੱਤਰ ਕੀਤਾ। ਉਹ ਪੁਹਾਟਣੀ ਖਾ ਕੇ ਧਰਤੀ ਉੱਤੇ ਬੇਹੋਸ਼ ਹੋ ਕੇ ਡਿੱਗ ਪਈ। ਸ਼ਾਹ ਨੇ ਹਾਏ ਹਾਏ ਕਰਕੇ ਛਾਤੀ ਨਾਲ ਲਗਾ ਲਈ। ਕਹਿਣ ਲੱਗਾ, ਮੈਂ ਤਾਂ ਲੱਖ ਕਮਾ ਲੈ, ਜੇ ਤੂੰ ਬਚ ਜਾਏ, ਦੱਸ ਹੁਣ ਮੈਂ ਕੀ ਕਰਾਂ। ਇਸਤਰੀ ਨੇ ਉੱਤਰ ਦਿੱਤਾ ਕਿ ਰਾਜੇ ਸਮੇਤ ਸਭ ਨੂੰ ਭੋਜਨ ਕਰਾਓ। ਤਦ ਸ਼ਾਹ ਨੇ ਦੋਹਰਾ ਆ ਗਿਆ। ਤਦ ਸ਼ਾਹ ਨੇ ਕਈ ਪ੍ਰਕਾਰ ਦਾ ਭੋਜਨ ਤਿਆਰ ਕਰਵਾਇਆ ਅਤੇ ਉੱਚੇ ਨੀਵੇਂ ਰਾਜਾ ਪ੍ਰਜਾ ਸਭ ਨੂੰ ਬੁਲਾ ਲਿਆ। ਚੌਪਈ ਲੋਕਾਂ ਨੂੰ ਪੰਗਤਾਂ ਵਿੱਚ ਬਿਠਾਇਆ ਅਤੇ ਭਾਂਤ ਭਾਂਤ ਦਾ ਭੋਜਨ ਖਵਾਇਆ। ਇਸ ਤਰ੍ਹਾਂ ਰਾਜੇ ਨਾਲ ਪ੍ਰੇਮ ਲਗਾ ਲਿਆ ਅਤੇ ਗੱਲਾਂ ਨਾਲ ਉਸ ਨੂੰ ਉਲਝਾ ਲਿਆ, ਅਰਥਾਤ ਆਕਰਸ਼ਿਤ ਕਰ ਲਿਆ। ਕਿੱਦਾਂ ਕੀਤਾ ਹੈ? ਦੋਹਰਾ। ਆਹ ਦੇਖੋ ਨੁਕਤਾ। ਨਸ਼ਾ ਦਾ ਫਾਇਦਾ ਉਠਾਉਣਾ, ਨਸ਼ਾ ਦੇਣ ਦਾ ਨੁਕਤਾ ਦੇਖੋ। ਭੋਜਨ ਵਿੱਚ ਭੰਗ ਪਾ ਕੇ ਉਹਨਾਂ ਨੂੰ ਖਾਣਾ ਖਵਾ ਦਿੱਤਾ। ਸਾਰੇ ਜਿੰਨਾ ਲੰਗਰ ਲਾਇਆ ਸੀ ਨਾ, ਭੋਜਨ ਵਿੱਚ ਭੰਗ ਪਾ ਕੇ। ਸਿੱਖੋ ਦੇਖ ਲਓ ਬਈ, ਹੁਣ ਆਹ ਤਰੀਕੇ ਦੇਖ ਲਓ। ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਸਮਝਾ ਰਹੇ ਨੇ ਸਾਨੂੰ। ਹੁਣ ਕਈਆਂ ਨੇ ਹੁਣ ਪਤਾ ਹੁਣ ਚਾਲ ਬਦਲ ਲੈਣੀ ਆ। ਨਹੀਂ ਜੀ, ਇਹ ਤਾਂ ਪੁਰਾਤਨ ਗ੍ਰੰਥਾਂ ਦਾ ਉਲਥਾ ਹੈ। ਗੁਰੂ ਸਾਹਿਬ ਕਹਿੰਦੇ ਇਹ ਤੋਂ ਬਚੋ। ਕਿੱਥੇ ਲਿਖਿਆ ਬਚੋ? ਕਿੱਥੇ ਲਿਖਿਆ ਉਲਥਾ? ਕਿਹੜੇ ਗ੍ਰੰਥ ਦਾ ਉਲਥਾ ਦੱਸਣਾ ਪਊ। ਐਂ ਹਵਾ 'ਚ ਗੱਲਾਂ ਨਾ ਕਰੋ, ਆਪਣੀ ਗੱਲ ਨੂੰ ਸੱਚ ਸਿੱਧ ਕਰਨ ਨੂੰ ਹਵਾ 'ਚ ਗੱਲਾਂ। ਜੀ ਉਲਥਾ ਕਿਹੜੇ ਗ੍ਰੰਥ ਦਾ ਦੱਸੋ ਫਿਰ। ਲਿਆਓ ਉਹਦਾ PDF ਪੜ੍ਹਦੇ ਹਾਂ, ਕਿਉਂਕਿ ਸੰਤ ਸਿੰਘ ਮਸਕੀਨ ਨੇ ਇੱਕ ਗ੍ਰੰਥ ਦਾ ਜ਼ਿਕਰ ਕੀਤਾ ਸੀ, ਉਹਦਾ ਅਸੀਂ PDF ਲਿਆ ਕੇ ਪੜ੍ਹ ਲਿਆ। ਜਦੋਂ ਉਹ ਕਹਿੰਦੇ ਜਿਹੜੇ ਸਾਰੇ ਚਰਿੱਤਰ ਹੈ ਇਹ ਮਹਾਰਿਸ਼ੀ ਵਾਸਤਾਇਨ ਦੇ ਕਾਮਸੂਤਰ ਗ੍ਰੰਥ ਦਾ ਉਲਥਾ ਹੈ। ਮੈਂ ਉਹ ਗ੍ਰੰਥ ਲਿਆ ਪੜ੍ਹਿਆ, ਉੱਥੇ ਕਿਤੇ ਵੀ ਨਹੀਂ ਲਿਖਿਆ, ਕੁਛ ਵੀ ਨਹੀਂ ਲਿਖਿਆ। ਇਹ ਹਵਾ 'ਚ ਗੱਲਾਂ ਕਰ ਕਰਕੇ ਆਮ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਨੇ। ਇਹ ਵਿਚਿੱਤਰ ਨਾਟਕ ਨੂੰ ਗੁਰੂ ਕਿਰਤ ਮੰਨਣ ਵਾਲੇ ਜਿਹਨੇ ਮੰਨਣਾ, ਸਾਨੂੰ ਕੋਈ ਦੁੱਖ ਨਹੀਂ ਮੰਨਣ, ਪਰ ਸਿੱਖ ਪੰਥ ਉੱਤੇ ਨਾ ਠੋਸਣ। ਵੀ ਜੇ ਕਿਸ ਨੇ ਕੀ ਕਰਨਾ, ਨਸ਼ਾ ਕਰਨਾ, ਕਿਹੜੇ ਗ੍ਰੰਥ ਨੂੰ ਮੰਨਣਾ, ਹਰ ਬੰਦਾ ਆਜ਼ਾਦ ਹੈ ਨਾ, ਮੰਨੋ ਭਾਈ। ਪਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਵੀ ਕਰ ਦੇਣਾ, ਉਹ ਸਿੱਖ ਪੰਥ 'ਤੇ ਲੋਡ ਵੀ ਕਰਨਾ, ਜ਼ਬਰਦਸਤੀ ਵੀ ਕਰਨੀ, ਭਈ ਇਹ ਪਾਪ ਹੈ, ਇਹ ਗੁਨਾਹ ਹੈ। ਤੁਸੀਂ ਮੰਨਣਾ ਮੰਨੋ, ਤੁਸੀਂ ਭੰਗ ਖਾਣੀ ਖਾਓ, ਫੀਮ ਖਾਣੀ ਖਾਓ, ਕੌਣ ਰੋਕ ਸਕਦਾ? ਕਿਸੇ ਨੂੰ ਕੋਈ ਨਹੀਂ ਰੋਕ ਸਕਦਾ। ਪਰ ਆਹ ਦੇਖੋ, ਮਤਲਬ ਕਿੱਡਾ ਵੱਡਾ ਮੰਨ ਲਓ ਭੋਜਨ ਦੇ ਵਿੱਚ ਭੰਗ ਪਾ ਕੇ ਉਹਨਾਂ ਨੂੰ ਖਾਣਾ ਖਵਾ ਦਿੱਤਾ। ਰਾਜੇ ਨੂੰ ਛਲਪੂਰਵਕ ਪਤੀ ਨਾਲ ਸੁਆ ਦਿੱਤਾ। ਭੰਗ ਖਾ ਕੇ ਰਾਜਾ ਸੁਚੇਤ ਸਾਵਧਾਨ ਹੋ ਗਿਆ। ਉਹ ਸਾਵਧਾਨ ਹੋ ਗਿਆ। ਜਿਹੜਾ ਨਸ਼ਾ ਕੀਤਾ ਹੈ ਉਹ ਤਾਂ ਸਾਵਧਾਨ ਹੈ। ਉਹ ਜਿਹੜਾ ਸੋਫੀ ਬੰਦਾ ਹੈ ਉਹਦੀ ਹਾਲਤ ਦੇਖ ਲਓ। ਸੋਫੀ ਸ਼ਾਹ ਸੌਂ ਗਿਆ। ਮੰਨ ਲਓ ਹਰ ਗੱਲ ਨੈਗੇਟਿਵ, ਉਲਟੀ। ਉਹ ਸਾਡੇ ਵੀਰ ਕਹਿਣਗੇ ਕਿ ਜਿਹੜਾ ਭੰਗ ਦੇਖੋ ਜੀ, ਮਤਲਬ ਥੋੜ੍ਹਾ ਨਸ਼ਾ ਕਰਨਾ ਤਾਂ ਠੀਕ ਹੈ, ਇਹਦਾ ਬੜਾ ਲਾਹੇਵੰਦ ਹੈ। ਜ਼ਿਆਦਾ ਚੀਜ਼ ਤਾਂ ਰੋਟੀ ਵੀ ਮਾੜੀ ਹੈ, ਚਾਹ ਵੀ ਨਸ਼ਾ ਹੁੰਦਾ। ਕਿ ਭਾਈ ਦੇਖ ਲਓ ਕੀ ਕੁਝ ਹੋ ਰਿਹਾ। ਭੋਜਨ ਵਿੱਚ ਭੰਗ ਪਾ ਕੇ ਉਹਨਾਂ ਨੂੰ ਖਾਣਾ ਖਵਾ ਦਿੱਤਾ। ਰਾਜੇ ਨੂੰ ਛਲਪੂਰਵਕ ਪਤੀ ਨਾਲ ਸੁਆ ਦਿੱਤਾ। ਭੰਗ ਖਾ ਕੇ ਰਾਜਾ ਸੁਚੇਤ ਸਾਵਧਾਨ ਹੋ ਗਿਆ ਅਤੇ ਸੋਫੀ ਸ਼ਾਹ ਸੌਂ ਗਿਆ। ਰਾਜਾ ਉਸ ਇਸਤਰੀ ਦਾ ਮਿੱਤਰ ਬਣ ਗਿਆ ਅਤੇ ਫਿਰ ਉਹਨਾਂ ਨੇ ਜੋ ਵੀ ਹੈ ਸਰੀਰਕ ਆਪਸ ਵਿੱਚ ਸੰਬੰਧ ਬਣਾਏ। ਗਲਤ ਕੰਮ ਕੀਤਾ। ਇਹ ਕਹਾਣੀ ਹੈ। ਅੱਗੇ ਇਹ ਕਹਾਣੀ ਦਾ ਤੁਸੀਂ ਨਿਚੋੜ ਦੇਖੋਗੇ ਕੀ ਹੈ। ਲੋਕਾਂ ਨੂੰ ਭੋਜਨ ਕਰਾ ਕੇ ਇਸਤਰੀ ਨੇ ਇਸ ਤਰ੍ਹਾਂ ਕਿਹਾ ਕਿ ਮੈਂ ਸਾਰਾ ਦਿਨ ਰਾਜੇ ਨੂੰ ਆਪਣੇ ਕੋਲ ਰੱਖਾਂਗੀ। ਸ਼ਾਮ ਪੈਣ 'ਤੇ ਰਾਜਾ ਘਰ ਆਵੇਗਾ, ਤਦ ਹੀ ਤੁਹਾਨੂੰ ਭਾਵ ਮੰਤਰੀਆਂ ਅਤੇ ਸੌਆਂ ਨੂੰ ਬੁਲਾ ਲਏਗਾ। ਭੁਜੰਗ ਛੰਦ। ਇਸਤਰੀ ਨੂੰ ਪ੍ਰਾਣ ਪਿਆਰਾ ਮਿਲ ਗਿਆ ਅਤੇ ਨੈਣ ਇਸ ਤਰ੍ਹਾਂ ਲੱਗ ਗਏ ਮਾਨੋ ਕਾਲਾ ਹਿਰਨ ਫੰਦੇ ਵਿੱਚ ਫਸ ਗਿਆ ਹੋਵੇ। ਰਾਜੇ ਨੂੰ ਉਸਨੇ ਆਪਣੇ ਜਾਲ ਵਿੱਚ ਫਸਾ ਲਿਆ। ਸ਼ਾਹ ਬੇਹੋਸ਼ ਪਿਆ ਰਿਹਾ ਅਤੇ ਕੁਝ ਵੀ ਸੋਚ ਨਾ ਸਕਿਆ। ਇੰਜ ਪ੍ਰਤੀਤ ਹੁੰਦਾ ਸੀ ਮਾਨੋ ਸ਼ੈਤਾਨ ਨੇ ਲੱਤਾਂ ਨਾਲ ਮਾਰਿਆ ਹੋਵੇ। ਉਹ ਮੂਰਖ ਨਾ ਬੋਲ ਰਿਹਾ ਸੀ, ਨਾ ਉੱਠਦਾ ਸੀ ਅਤੇ ਨਾ ਹੀ ਊਂਘਦਾ ਸੀ। ਇੱਧਰ ਬਾਂਕਾ ਰਾਜਾ, ਉਹ ਇਸਤਰੀ ਨਾਲ ਉਸਨੇ ਸੰਬੰਧ ਬਣਾਏ। ਅੱਗੇ ਪੂਰੀ ਗੱਲ ਨਹੀਂ ਮੈਂ ਦੱਸਦਾ। ਸ਼ਾਹ ਨੂੰ ਪਾਲਕੀ ਦੇ ਹੇਠਾਂ ਬੰਨ੍ਹ ਕੇ ਇੱਕ ਪਾਲਕੀ ਬਣਾਈ, ਉਹਦੇ ਹੇਠਾਂ ਸ਼ਾਹ ਨੂੰ ਬੰਨ੍ਹ ਲਿਆ ਦਿੱਤਾ ਅਤੇ ਘਰ ਵਿੱਚ ਜੋ ਕੁਝ ਧਨ ਸੀ ਉਸ ਨੂੰ ਪਾਲਕੀ ਵਿੱਚ ਪਾ ਲਿਆ। ਆਪ ਦੌੜ ਕੇ ਉਸ ਪਾਲਕੀ ਵਿੱਚ ਜਾ ਚੜ੍ਹੀ
ਰਾਜੇ ਨਾਲ ਬਹੁਤ ਸੁੱਖ। ਮਨ ਦੇਖੋ, ਇੱਕ ਪਾਲਕੀ ਦੇ ਥੱਲੇ ਸ਼ਾਹ ਵੱਧਾ, ਉੱਤੇ ਰਾਣੀ, ਰਾਜਾ, ਧਨ। ਹੁਣ ਇਸ ਨੂੰ ਚੱਕਣ ਲਈ ਪਤਾ ਨਹੀਂ ਕਿੰਨੇ ਕੁ ਲੋਕ ਹੋਣਗੇ। ਮਤਲਬ ਕਹਾਣੀ ਜੇ ਬੇਫਜ਼ੂਲ ਕਹਾਣੀ, ਉਹ ਨਾਲ ਗੁਰੂ ਗੋਬਿੰਦ ਸਿੰਘ ਜੀ 'ਤੇ ਲਾਤੀ, ਭਾਈ ਸਾਡੇ ਦਸ਼ਮੇਸ਼ ਪਿਤਾ ਨੂੰ ਬਖਸ਼ ਦਿਓ, ਤੁਸੀਂ ਕੁਝ ਹੋਰ ਕਰਨਾ ਕਰ ਲਓ ਬਈ। ਉਹ ਇਹ ਗੁਰੂ ਗੋਬਿੰਦ ਸਿੰਘ ਨੂੰ ਬਖਸ਼ ਦਿਓ। ਉਹਨਾਂ ਨਾਲ ਇਹ ਅਸ਼ਲੀਲ ਊਲ ਜਲੂਲ ਗੱਲਾਂ ਨਾ ਜੋੜੋ। ਬਹੁਤ ਦਿਲ ਦੁਖਦਾ ਯਾਰ, ਕੀ ਕੁਝ ਉਹਨਾਂ ਨੇ ਸਾਡੇ ਲਈ ਕੀਤਾ, ਸਾਰਾ ਸਰਬੰਸ ਵਾਰ ਦਿੱਤਾ, ਸਭ ਕੁਝ ਕੀਤਾ। ਤੁਸੀਂ ਉਹਨਾਂ ਨੂੰ ਨਸ਼ੇ ਵਾਲੀਆਂ ਕਹਾਣੀਆਂ ਸੁਣਨ ਲਈ ਇਹੋ ਜਿਹੇ ਊਟ ਪਟਾਂਗ ਗੱਲਾਂ ਉਹਨਾਂ ਦੇ ਸਿਰ ਮੜ੍ਹਦੇ ਹੋ। ਬਹੁਤ ਵੱਡਾ ਇਹ ਗੁਨਾਹ ਨਹੀਂ, ਪਾਪ ਹੈ। ਇਹ ਪਾਪ ਕਰ ਰਹੇ ਹੋ, ਕਰਨਾ ਕਰੋ ਵੀ, ਮੈਂ ਰੋਕ ਨਹੀਂ ਸਕਦਾ। ਮੈਂ ਆਮ ਸੰਗਤਾਂ ਨੂੰ ਅਵੇਅਰ ਜਾਣਕਾਰੀ ਦੇ ਰਿਹਾ ਵੀ ਤੁਸੀਂ ਜਾਗ ਜਾਓ ਭਾਈ। ਜਿਹੜੇ ਥੋੜ੍ਹੇ ਬਹੁਤ ਜਾਣਦੇ, ਐਵੇਂ ਉਹਨਾਂ ਪਿੱਛੇ ਜਕਾਰੇ ਛੱਡੀ ਜਾਂਦੇ ਹੋ। ਤੁਸੀਂ ਵਾਪਸ ਗੁਰੂ ਗ੍ਰੰਥ ਸਾਹਿਬ ਜੀ ਵੱਲ ਆ ਜਾਓ। ਅੱਛਾ, ਉਹ ਸਾਰੇ 3 ਜਾਣੇ, ਮਤਲਬ ਪਾਲਕੀ ਦੇ ਵਿੱਚ 3 ਜਾਣੇ, ਅਤੇ ਨਾਲੇ ਧਨ ਦੌਲਤ ਸਾਰੀ ਭਰੀ ਹੋਈ ਹੈ। ਉਹਨੂੰ ਚੱਕ ਕੇ ਸ਼ਾਹ ਉੱਥੇ ਆਪਣੇ ਘਰ ਆ ਗਿਆ, ਜਿੱਥੇ ਰਾਜਾ ਧਨ ਸਹਿਤ ਇਸਤਰੀ ਨੂੰ ਹਰ ਕੇ ਲੈ ਗਿਆ ਸੀ। ਉਹ ਬੰਨਿਆ ਹੋਇਆ ਥੱਲੇ। ਜਦ ਰਾਤ ਬੀਤ ਗਈ ਅਤੇ ਸਵੇਰਾ ਹੋ ਗਿਆ, ਤਦ ਸ਼ਾਹ ਨੇ ਦੋਹਾਂ ਨੇਤਰਾਂ ਨੂੰ ਉਘਾੜਿਆ। ਸ਼ਰਮਸਾਰ ਹੋ ਕੇ ਇਸ ਤਰ੍ਹਾਂ ਕਹਿਣ ਲੱਗਾ ਕਿ ਮੈਨੂੰ ਪਾਲਕੀ ਹੇਠ ਕਿਸ ਬੰਨਿਆ ਹੈ। ਮੈਂ ਜੋ ਕਬੋਲ ਇਸਤਰੀ ਨੂੰ ਕਹੇ ਸਨ, ਉਹੀ ਉਸ ਦੇ ਮਨ ਵਿੱਚ ਖੁੱਭ ਗਏ ਸਨ। ਮੇਰਾ ਸਾਰਾ ਧਨ ਇਸਤਰੀ ਸਮੇਤ ਹਰਿਆ ਗਿਆ ਹੈ। ਵਿਧਾਤਾ ਨੇ ਮੇਰੀ ਅਜਿਹੀ ਸਥਿਤੀ ਬਣਾ ਦਿੱਤੀ ਹੈ। ਦੋਹਰਾ ਸਦਾ ਭਾਗ ਹੀ ਫਲਦੇ ਹਨ, ਭਾਵੇਂ ਕੋਈ ਕੁਝ ਕਰ ਲਵੇ। ਜੋ ਵਿਧਾਤਾ ਨੇ ਮਸਤਕ ਉੱਤੇ ਲਿਖ ਦਿੱਤੇ ਹੈ, ਅੰਤ ਵਿੱਚ ਉਸੇ ਤਰ੍ਹਾਂ ਹੀ ਹੁੰਦਾ ਹੈ। ਅੱਗੇ ਜਦ ਸ਼ਾਹ ਨੂੰ ਹੋਸ਼ ਪਰਤੀ ਤਾਂ ਸਿਰ ਨੀਵਾਂ ਕਰਕੇ ਰਹਿ ਗਿਆ ਅਤੇ ਹੋਰਾਂ ਬੰਦਿਆਂ ਕੋਲ ਭੇਦ ਦੀ ਗੱਲ ਨਾ ਕੀਤੀ। ਉਸ ਮੂਰਖ ਨੇ ਭੇਦ ਅਭੇਦ ਦੀ ਗੱਲ ਨਾ ਸਮਝੀ। ਇਹ ਸਮਝਿਆ ਕਿ ਘਰ ਦਾ ਧਨ ਲੈ ਕੇ ਤੀਰਥਾਂ ਦਾ ਇਸ਼ਨਾਨ ਕਰਨ ਲਈ ਗਈ ਹੈ ਉਸ ਦੀ ਘਰਵਾਲੀ। ਆਹ ਜਿਹੜਾ ਤ੍ਰਿਆ ਚਰਿੱਤਰ 245 ਨੰਬਰ ਹੁਣੇ ਤੁਸੀਂ ਸੁਣਿਆ ਹੈ। ਹੁਣ ਤੁਸੀਂ ਸਮਝ ਲਓ ਕਿ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਨਾਲ ਜੋੜੀ ਜਾ ਰਹੀ ਹੈ। ਜੇ ਤੁਹਾਡਾ ਮਨ ਮੰਨਦਾ ਬਈ ਗੁਰੂ ਗੋਬਿੰਦ ਸਿੰਘ ਜੀ ਨਸ਼ਿਆਂ ਨੂੰ ਬੜਾਵਾ ਦੇਣ ਆਏ ਸੀ, ਨਸ਼ੇ ਕਰਨ ਵਾਲੇ ਨੂੰ ਸਮਝਦਾਰ ਕਹਿਣ ਆਏ ਸੀ, ਨਸ਼ੇ ਕਰਨ ਨਾਲ ਬੰਦੇ ਸਿਆਣੇ ਬਣ ਜਾਂਦੇ ਹਨ, ਤਾਂ ਫਿਰ ਭਾਈ ਇਹ ਤੁਹਾਡੀ ਮਰਜ਼ੀ ਹੈ, ਫਿਰ ਤਾਂ ਤੁਸੀਂ ਸਹੀ ਹੋ। ਪਰ ਜੇ ਤੁਸੀਂ ਇਹ ਸਮਝਦੇ ਹੋ ਕਿ ਭਈ ਨਹੀਂ, ਗੁਰੂ ਸਾਹਿਬ ਤਾਂ ਗੁਰਮਤਿ ਤਾਂ ਸਾਨੂੰ ਨਸ਼ਿਆਂ ਤੋਂ ਮਨਾ ਕਰਦੀ ਹੈ, ਇਹ ਗੱਲ ਨਹੀਂ ਹੋ ਸਕਦੀ, ਫਿਰ ਵੀ ਤੁਸੀਂ ਆਪ ਹੀ ਸੋਚ ਲੈਣਾ ਕਿ ਭਾਈ ਕੀ ਹੋ ਸਕਦਾ ਹੈ, ਕਿਹੜੀ ਗੱਲ ਸਹੀ ਹੈ ਅਤੇ ਕਿਹੜੀ ਗੱਲ ਗਲਤ ਹੈ। ਕਿਉਂਕਿ ਮੈਨੂੰ ਤਾਂ ਇਹ ਗੱਲ ਪੂਰੀ ਤਰ੍ਹਾਂ ਗਲਤ ਲੱਗਦੀ ਹੈ, ਕਿਉਂਕਿ ਸਾਡੇ ਸਤਿਗੁਰੂ ਕਦੀ ਨਸ਼ਿਆਂ ਦੀ ਗੱਲ ਕਰ ਹੀ ਨਹੀਂ ਸਕਦੇ ਕਿ ਨਸ਼ੇ ਪੀਣ ਨਾਲ ਜਿਹੜਾ ਬੰਦਾ ਹੈ ਉਹ ਸਮਝਦਾਰ ਹੋ ਜਾਂਦਾ ਹੈ। ਐਸੀ ਕੋਈ ਗੱਲ ਨਹੀਂ ਹੋ ਸਕਦੀ। ਅਤੇ ਇਹ ਪਰ ਇਹਦੇ ਵਿੱਚ ਲਿਖਿਆ ਹੋਇਆ। ਹੁਣ ਤੁਹਾਨੂੰ ਇੱਕ ਹੋਰ ਦੱਸ ਦਈਏ, ਇਹ ਸਾਡੇ ਵੀਰ ਚਲਾਕੀ ਕੀ ਕਰਦੇ ਨੇ, ਮਤਲਬ ਝੂਠ ਕੁਛ ਨਾ ਕੁਛ ਮਿਲਾ ਕੇ ਲੋਕਾਂ ਨੂੰ ਕਨਵਿੰਸਿੰਗ ਕਰ ਦੇਣਾ ਵੀ ਥੋੜ੍ਹਾ ਚੀਜ਼ ਖਾਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਆਹ ਸੁਣ ਲਓ, ਆਹ ਜਿਹੜਾ ਰਾਜਾ ਬੜਾ ਬਹਾਦਰ ਸੀ ਨਾ, ਉਹ ਕਿੰਨਾ ਨਸ਼ਾ ਕਰਦਾ ਸੀ। ਪੋਸਤ, ਭੰਗ ਅਤੇ ਅਫੀਮ ਖਾਂਦਾ ਸੀ ਰਾਜਾ, ਅਤੇ ਇਹਨਾਂ ਨਸ਼ਿਆਂ ਦੇ 50 ਕੁ ਪਿਆਲੇ ਪੀ ਜਾਂਦਾ ਸੀ। 50 ਪਿਆਲੇ, ਅੱਧੇ ਲੀਟਰ ਦਾ ਪਿਆਲਾ ਹੋਵੇ ਤਾਂ 25 ਲੀਟਰ ਹੋ ਜਾਂਦਾ, ਜੇ ਪਾਈਏ ਦਾ ਪਿਆਲਾ ਹੋਵੇ ਤਾਂ ਤਦ ਵੀ 12.5 ਲੀਟਰ ਹੋ ਜਾਂਦਾ। ਸਾਰੇ 12.5 ਲੀਟਰ ਘੱਟੋ ਘੱਟ ਵੀ ਪਾਈਏ ਦਾ ਪਿਆਲਾ ਤਾਂ ਹੋਊਗਾ ਨਾ। ਨਸ਼ਾ ਉਹ ਪੀ ਕੇ ਪਤਾ ਨਹੀਂ ਢਿੱਡ ਹੋਊ ਕਿ ਟੋਆ ਹੋਊ, ਮਤਲਬ ਗੱਪਾਂ ਮਾਰਨੀਆਂ ਜੋ ਮਰਜ਼ੀ ਕਰੀ ਜਾਓ। ਪਰ ਸਾਡੇ ਵਿਦਵਾਨ ਜਿਹੜੇ ਨੇ, ਜਿਹੜੇ ਸਾਡੇ ਤਿੱਤਰ ਨੇ, ਉਹ ਸ਼ਿਕਾਰੀ ਦੇ ਤਿੱਤਰ ਨੇ, ਇਹਨਾਂ ਨੇ ਘੁਮਾ ਫਿਰਾ ਕੇ ਸਾਨੂੰ ਨਸ਼ਿਆਂ 'ਤੇ ਲਾ ਦੇਣਾ ਹੈ। ਮੇਰਾ ਖਿਆਲ ਨਹੀਂ ਹੈ ਕਿ ਆਹ ਜਿਹੜੇ ਗੱਲਾਂ ਸੁਣ ਕੇ, ਕਿਉਂਕਿ ਨਸ਼ੇ ਪੀਣ ਵਾਲੇ ਨੂੰ ਕਿਆ ਖੋਤਾ, ਪਸ਼ੂ, ਕਾਂ, ਕੁੱਤਾ, ਬਹੁਤ ਸਾਰੇ ਲਕਬ ਜਿਹੜੇ ਨਸ਼ੇ ਨਾ ਕਰਨ ਵਾਲੇ ਲਈ ਵਰਤੇ ਨੇ।
ਜਿਹੜਾ ਨਸ਼ਾ ਨਹੀਂ ਕਰਦਾ। ਨਸ਼ਾ ਕਰਨ ਵਾਲਾ ਤੇ ਬਹੁਤ ਬਹਾਦਰ ਹੈ, ਬਹੁਤ ਅਕਲਮੰਦ ਹੈ, ਬਹੁਤ ਸਿਆਣਾ ਹੈ। ਉਹ ਕਦੀ ਧੋਖਾ ਨਹੀਂ ਖਾਂਦਾ, ਧੋਖਾ ਦੇ ਦਿੰਦਾ। ਜੇ ਗੁਰੂ ਸਾਹਿਬ ਸਾਨੂੰ ਆਹ ਸਿੱਖਿਆ ਦੇ ਰਹੇ, ਜੇ ਇਹਨਾਂ ਵੀਰਾਂ ਅਨੁਸਾਰ, ਸਾਡੇ ਅਨੁਸਾਰ, ਸਾਡੇ ਸਤਿਗੁਰੂ ਦਸ਼ਮੇਸ਼ ਪਿਤਾ, ਪੁੱਤਰਾਂ ਦੇ ਦਾਨੇ, ਸਰਵੰਸ ਦਾਨੇ, ਉਹ ਕਦੀ ਭੁੱਲ ਕੇ ਵੀ ਐਸੀ ਗੱਲ ਆਪਣੇ ਸਿੱਖਾਂ ਨੂੰ ਨਹੀਂ ਦੱਸਣਗੇ। ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ। ਮਰਜ਼ੀ ਤੁਹਾਡੀ ਆਪਣੀ ਹੈ। ਮੈਂ ਤਾਂ ਸਿਰਫ ਲਿਖਿਆ, ਪੜ੍ਹ ਕੇ ਤੁਹਾਨੂੰ ਸੁਣਾ ਦਿੱਤਾ, ਵਿੱਚੋਂ ਥੋੜ੍ਹਾ ਥੋੜ੍ਹਾ ਛੱਡਿਆ। ਜਿੱਥੇ ਅਸ਼ਲੀਲਤਾ ਆ ਗਈ ਉੱਥੇ ਮੈਂ ਛੱਡ ਦਿੱਤਾ, ਠੀਕ ਹੈ। ਬਾਕੀ ਤਕਰੀਬਨ ਸਾਰਾ ਦੱਸ ਦਿੱਤਾ। ਜੇ ਕਿਸੇ ਨੇ ਆਪ ਪੜ੍ਹਨਾ ਹੋਵੇ ਤਾਂ PDF ਮੇਰੇ ਕੋਲੋਂ ਮੰਗਵਾ ਲਿਓ। ਉਹ ਫੇਸਬੁੱਕ 'ਤੇ ਭੇਜ ਦਿਓ ਮੈਨੂੰ, ਆਪਣਾ ਨੰਬਰ, ਜਾਂ ਮੇਰੇ WhatsApp 'ਤੇ ਭੇਜ ਦਿਓ, ਤੁਹਾਨੂੰ PDF ਭੇਜ ਦਾਂਗਾ। ਪੰਨਾ ਨੰਬਰ ਤੁਹਾਨੂੰ ਮੈਂ ਦੱਸ ਦਿੱਤਾ। ਉਹ ਪੰਨੇ ਨੰਬਰ 'ਤੇ ਤੁਸੀਂ ਜਾ ਕੇ ਇਸ ਨੂੰ ਪੜ੍ਹ ਸਕਦੇ ਹੋ। ਤਾਂ ਕਿ ਤੁਹਾਨੂੰ ਕੋਈ ਗਲਤੀ ਲੱਗੇ ਤੁਸੀਂ ਮੈਨੂੰ ਦੱਸ ਸਕਦੇ ਹੋ। ਪੰਨਾ ਨੰਬਰ ਜਿਹੜਾ ਡਾਕਟਰ ਰਤਨ ਸਿੰਘ ਜੱਗੀ ਦੇ ਅਰਥਾਂ ਵਾਲੇ ਗ੍ਰੰਥ ਦਾ ਜਿਹੜਾ ਸੌਫਟਵੇਅਰ 'ਤੇ ਪਿਆ, 1976 ਤੋਂ ਲੈ ਕੇ 1975 ਤੋਂ ਮੂਲ ਪਾਠ ਉੱਥੇ ਸ਼ੁਰੂ ਹੋ ਜਾਂਦਾ। ਮੈਂ ਮੂਲ ਪਾਠ ਨਹੀਂ ਕੀਤਾ, ਵੀ ਦੱਸ ਦੇਵਾਂ। 1976 ਤੋਂ ਲੈ ਕੇ 1988 ਤੱਕ ਇਹ 12 ਪੰਨੇ ਨੇ, ਅਤੇ ਉਹਨਾਂ 'ਤੇ ਆਪਾਂ ਵਿਚਾਰ ਕੀਤੀ ਹੈ। ਇੱਕੋ ਹੀ ਵਿਚਾਰ ਵਾਰ-ਵਾਰ ਮੈਂ ਕਰਦਾ ਹੁੰਦਾ ਕਿ ਭਈ ਜੋ ਵੀ ਹੈ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ। ਜੇ ਇਹ ਵਿਚਾਰ ਅੱਛੇ ਲੱਗਣ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਆਏ ਹੋਏ ਸਿੱਖ ਹੋ, ਤਾਂ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA ਨੂੰ ਸਬਸਕ੍ਰਾਈਬ ਕਰੋ, ਔਰ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ, ਲਾਈਕ ਕਰੋ, ਔਰ ਬੈਲ ਬਟਨ ਵੀ ਦਬਾ ਦਿਓ ਤਾਂ ਕਿ ਜਦੋਂ ਮੈਂ ਵੀਡੀਓ ਬਣਾਵਾਂ ਤੁਹਾਡੇ ਕੋਲ ਪਹੁੰਚ ਜਾਏ। ਘੰਟੀ ਵੀ ਦਬਾ ਦਿਓ, ਘੰਟੀ ਦਾ ਬਟਨ, ਤਾਂ ਕਿ ਅਸੀਂ ਰਲ ਮਿਲ ਕੇ ਇਹ ਜਿਹੜਾ ਕੂੜ ਕਵਾੜ ਹੈ, ਜਿਹੜਾ ਨਸ਼ਿਆਂ ਦਾ ਵਰਤਾਰਾ, ਅਸ਼ਲੀਲਤਾ ਦਾ ਵਰਤਾਰਾ ਸਾਡੇ ਧਰਮ ਵਿੱਚ ਕਰ ਦਿੱਤਾ ਗਿਆ, ਉਸ ਦਾ ਅੰਤ ਕਰ ਸਕੀਏ, ਗੁਰੂ ਗ੍ਰੰਥ ਸਾਹਿਬ ਨਾਲ ਜੁੜ ਸਕੀਏ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।